ਜੇ ਸਾਡੇ ਮਨ 'ਚ ਆਪਸ਼ਨ ਹੋਵੇ ਵੀ ਅਸੀਂ ਇਸ ਰਿਸ਼ਤੇ ਨੂੰ ਛੱਡ ਵੀ ਸਕਦੇ ਹਾਂ, ਫਿਰ ਤੁਹਾਨੂੰ ਦੂਜੇ ਦੀਆਂ ਗਲਤੀਆਂ ਲੱਭਣ ਦਾ ਸਵਾਦ ਆਉਣ ਲੱਗ ਪੈਂਦਾ। ਜੇ ਬਾਕੀ ਰਿਸ਼ਤਿਆਂ 'ਚ ਆਪਸ਼ਨ ਨਹੀਂ ਹੈ ਤੇ ਇੱਥੇ ਆਪਸ਼ਨ ਕਿਉਂ ਹੈ? ਨਹੀਂ, ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਸੱਚੀ ਇਹ ਲੱਗਦਾ ਵੀ ਚੰਗਾ ਸੋਚਣਾ ਚਾਹੀਦਾ ਹਮੇਸ਼ਾ, ਹੈ ਨਾ। ਤੁਹਾਡੇ ਨਾਲ ਚੰਗਾ ਵਾਪਰਦਾ ਵੀ ਤਦ ਹੀ ਹੈ ਜਦੋਂ ਤੁਸੀਂ ਚੰਗਾ ਸੋਚਦੇ ਹੋ। ਫਾਈਨੈਂਸਿਸ ਆਰ ਜਸਟ ਟਾਈਨੀ ਐਸਪੈਕਟ ਆਫ ਦਿਸ ਹੋਲ ਯੂਨੀਵਰਸ। ਲਾਈਫ ਤਾਂ ਇਹਦੇ ਨਾਲੋਂ ਕਿਤੇ ਵਾਸਟ ਹੈ। ਮੈਚਿਓਰਟੀ ਇਹੀ ਹੈ ਵੀ ਜਿਹੜਾ ਤੁਹਾਡੇ ਸਾਹਮਣੇ ਤੁਹਾਡਾ ਪਾਰਟਨਰ ਹੈ ਉਹ ਕੀ ਕਹਿਣਾ ਚਾਹ ਰਿਹਾ ਉਹ ਤਾਂ ਸਮਝ ਲਓ। ਅਫਵਾਹ ਉੱਡ ਗਈ ਵੀ ਡਾਕਟਰ ਸਾਹਿਬ ਨੇ ਤਾਂ ਜੀ ਉਹਨਾਂ ਦੇ ਇਨਕਮ ਟੈਕਸ ਦੀ ਰੇਡ ਹੋ ਗਈ ਅਤੇ ਉਹਨਾਂ ਨੇ ਪਤਾ ਨਹੀਂ ਗੋਲੀ ਮਾਰ ਲਈ ਆਪਣੇ ਆਪ ਨੂੰ, ਅਤੇ ਲੋਕ ਮੇਰੇ ਕੋਲ ਆਉਣ ਅਤੇ ਮੈਂ ਹੱਸੀ ਜਾਵਾਂ, ਕਹਿੰਦੇ ਯਾਰ ਇੰਨੀ ਅਫਵਾਹ ਉੜੀ ਹੋਈ ਹੈ ਤੂੰ ਹੱਸੀ ਜਾਂਦਾ। ਮੈਂ ਕਿਹਾ ਮੈਨੂੰ ਤਾਂ ਮਜ਼ਾ ਹੀ ਬਹੁਤ ਆ ਰਿਹਾ। ਸਜਣਾ ਏ ਵਾਲ ਸੁਨਹਿਰੀ ਸੂਰਜ ਦੀਆਂ ਧੁੱਪਾਂ ਵਰਗੇ, ਸੁਣਿਆ ਏ ਸਾਥ ਮੇਰਾ ਤੇਰਾ ਤੇ ਮੇਰਾ ਏ, ਦੋ ਦਿਲ ਪਰਵਾਹ ਨਹੀਂ ਕਰਦੇ ਕੀਨੇ ਫਿਰ ਕਹਿੰਦੇ ਲੋਕੀ, ਮੇਰੇ ਲਈ ਖੁਦਾ ਨਿਆਮਤ ਹੱਥੀ ਹੱਥ ਤੇਰਾ ਏ, ਤੇਰੇ ਹਾਸੇ ਦੇ ਮੁੱਲ ਦਾ ਮੇਰੇ ਕੋਲ ਗਹਿਣਾ ਹੈ ਨੀ, ਦਿਲ ਆਖੇ ਇੱਕ ਪਲ ਹੁਣ ਤੇਰੇ ਬਿਨ ਰਹਿਣਾ ਮੈਂ ਨੀ, ਤੇਰੀ ਜਦ ਦੀਦ ਹੋ ਜਾਵੇ ਓਏ ਓ ਸਵੇਰਾ ਏ, ਸਜਣਾ ਏ ਵਾਲ ਸੁਨਹਿਰੀ ਸੂਰਜ ਦੀਆਂ ਧੁੱਪਾਂ ਵਰਗੇ, ਸੁਣਿਆ ਏ ਸਾਥ ਮੇਰਾ ਤੇਰਾ ਤੇ ਮੇਰਾ ਏ, ਸੁਣਿਆ ਏ ਸਾਥ ਮੇਰਾ ਤੇਰਾ ਤੇ ਮੇਰਾ ਏ। ਬੜੀ ਮਤਲਬ ਮੈਨੂੰ ਨਾ ਸੁਣ ਕੇ ਹੀ ਬੜਾ ਉਹ ਚੰਗਾ ਜਿਹਾ ਲੱਗ ਰਿਹਾ ਹੈ ਨਾ। ਪਹਿਲੀ ਵਾਰ ਕਿਸੇ ਸੱਚੀ ਮੈਂ ਇਸ ਏਜ ਦੇ ਕਪਲ 'ਚ ਇੰਨੀ ਐਨਰਜੀ ਦੇਖੀ ਹੈ ਅਤੇ ਇੰਨੀ ਪੋਜ਼ੀਟਿਵਿਟੀ ਦੇਖੀ ਹੈ ਨਾ। ਮਤਲਬ ਪੋਜ਼ੀਟਿਵਿਟੀ ਤਾਂ ਇੰਨੀ ਹੈ, ਜਿਵੇਂ ਸਰ ਕਹਿੰਦੇ ਮੇਰੇ ਵਾਰ ਤਾਂ ਇੰਨੀਆਂ ਅਫਵਾਹਾਂ ਉੱਡੀਆਂ, ਮੈਨੂੰ ਕਦੀ ਉਹਨਾਂ 'ਤੇ ਵੀ ਜਸਟੀਫਿਕੇਸ਼ਨ ਦੇਣ ਦੀ। ਅਤੇ ਮੈਂ ਚਾਹੁੰਦੀ ਹਾਂ ਕਿ 2-4 ਅਫਵਾਹਾਂ ਵੀ ਤੁਸੀਂ ਸੁਣਾ ਦਿਓ ਵੀ ਮਤਲਬ ਜ਼ਿੰਦਗੀ 'ਚ ਐਡੇ ਮੁੱਦੇ ਵੀ ਹੋ ਜਾਂਦੇ ਕਈ ਵਾਰ। ਜਿਵੇਂ ਅਫਵਾਹ ਉੱਡ ਗਈ ਵੀ ਡਾਕਟਰ ਸਾਹਿਬ ਨੇ ਤਾਂ ਜੀ ਉਹਨਾਂ ਦੇ ਇਨਕਮ ਟੈਕਸ ਦੀ ਰੇਡ ਹੋ ਗਈ ਅਤੇ ਉਹਨਾਂ ਨੇ ਪਤਾ ਨਹੀਂ ਗੋਲੀ ਮਾਰ ਲਈ ਆਪਣੇ ਆਪ ਨੂੰ। ਅੱਛਾ ਜੀ। ਮੈਂ ਉਦੋਂ ਕੈਨੇਡਾ ਸੀ। ਇਹ ਕੈਨੇਡਾ ਸੀ, ਅਤੇ ਲੋਕ ਮੇਰੇ ਕੋਲ ਆਉਣ ਅਤੇ ਮੈਂ ਹੱਸੀ ਜਾਵਾਂ, ਕਹਿੰਦੇ ਯਾਰ ਇੰਨੀ ਅਫਵਾਹ ਉੜੀ ਹੋਈ ਹੈ ਤੂੰ ਹੱਸੀ ਜਾਂਦਾ। ਮੈਂ ਕਿਹਾ ਮੈਨੂੰ ਤਾਂ ਮਜ਼ਾ ਹੀ ਬਹੁਤ ਆ ਰਿਹਾ ਵੀ ਕਿਹੋ ਜਿਹੀ ਅਫਵਾਹ ਉੜੀ ਜਿਹੜੀ ਮੈਂ ਪ੍ਰੂਵ ਕਰ ਸਕਦਾ ਵੀ ਗਲਤ ਹੈ। ਮੈਂ ਤਾਂ ਸਾਹਮਣੇ ਬੈਠਾ ਵੀ ਮੈਂ ਤਾਂ ਸਾਹਮਣੇ ਹੀ ਬੈਠਾ। ਸੋ ਇਟ ਵਾਜ਼ ਫਨ। ਅਤੇ ਮੈਮ ਤੁਸੀਂ ਮਤਲਬ ਜਿਵੇਂ ਤੁਸੀਂ ਬਿਲਕੁਲ ਐਂ ਲੱਗਦਾ ਮੈਨੂੰ ਵੀ ਆਪਣੀ ਦੁਨੀਆ ਤੁਹਾਡੀ ਇੱਕ ਅਲੱਗ ਆ, ਹੈ ਨਾ। ਜਿਵੇਂ ਸਰ ਦਾ ਜਿਹੜਾ ਪ੍ਰੋਫੈਸ਼ਨ ਆ, ਚਲੋ ਇਹ ਚੀਜ਼ ਹੈਗੀ ਹੈ ਕਿ ਉਹਨਾਂ ਨੂੰ ਤੁਹਾਡੀ ਇੰਪੋਰਟੈਂਸ ਪਤਾ ਹੈ ਨਾ, ਉਹਨਾਂ ਨੂੰ ਫੈਮਿਲੀ ਦਾ ਪਤਾ, ਉਹ ਬਿਲਕੁਲ ਉਸ ਤਰੀਕੇ ਨਾਲ ਮੈਨੇਜ ਕਰਦੇ ਆ। ਪਰ ਕਈ ਵਾਰੀ ਇਹ ਹੁੰਦਾ ਕਿ ਕੁੜੀਆਂ ਸੋਚਦੀਆਂ ਕਿ ਡਾਕਟਰ ਜਿਹੜੇ ਹੁੰਦੇ ਨੇ ਉਹਨਾਂ ਦੀ ਲਾਈਫ ਤਾਂ ਬਹੁਤ ਬਿਜ਼ੀ ਹੁੰਦੀ ਹੈ ਨਾ, ਅਤੇ ਇੱਦਾਂ ਦੀਆਂ ਚੀਜ਼ਾਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਨੇ ਜਿਹੜੇ ਮਤਲਬ ਉਹਨਾਂ ਨੂੰ ਲੱਗਦਾ ਹੁੰਦਾ ਕਿ ਜਦੋਂ ਹਸਬੈਂਡ ਦੀ ਲਾਈਫ ਬਿਜ਼ੀ ਆ, ਹੈ ਨਾ, ਤਾਂ ਉਹ ਸਾਡੇ ਲਈ ਸਟਰੈਸਫੁਲ ਆ। ਅਤੇ ਜਦੋਂ ਆਪਾਂ ਨੇੜਿਓਂ ਜਾਣਦੇ ਹਾਂ ਤਾਂ ਸੱਚੀ ਲੋਕ ਤੁਹਾਨੂੰ ਇੱਦਾਂ ਦੀਆਂ ਕਹਾਣੀਆਂ ਆਪਣੀਆਂ ਸੁਣਾਉਣਗੇ, ਹੈ ਨਾ। ਅਤੇ ਤੁਸੀਂ ਕਦੀ ਇਹ ਚੀਜ਼ ਨੂੰ ਫੇਸ ਕੀਤਾ ਕਿ ਜੇ ਉਹ ਚੀਜ਼ ਹੈ ਤਾਂ ਫਿਰ ਮੈਂ ਉਹਨੂੰ ਮੈਨੇਜ ਕਿੱਦਾਂ ਕਰਨਾ? ਆਈ ਥਿੰਕ ਉਹੀ ਕਿ ਯੈਸ ਟਾਈਮਿੰਗਸ ਦਾ, ਜਿਸ ਤਰ੍ਹਾਂ ਸਪੈਸ਼ਲੀ ਜਦੋਂ ਗੁਣਰਾਜ ਹੋਇਆ ਅਤੇ ਬਹੁਤ ਛੋਟਾ, ਅਤੇ ਮੈਂ ਤੁਹਾਨੂੰ ਦੱਸਿਆ ਵੀ ਪ੍ਰੀਮੈਚੋਰ ਵੀ ਸੀ, ਅਤੇ ਉਦੋਂ ਇਹਨਾਂ ਦੀ ਸਿਵਲ ਹੌਸਪੀਟਲ ਦੇ ਵਿੱਚ ਕਾਫੀ ਬਿਜ਼ੀ ਲਾਈਫ ਚੱਲਦੀ ਸੀ, ਹੈ ਨਾ। ਬਟ ਹੀ ਵਾਜ਼ ਆਲਵੇਜ਼ ਅਵੇਲੇਬਲ ਔਰ ਮੇਡ ਸ਼ੋਰ ਵੀ ਮੇਰੀ ਕੋਈ ਵੀ ਜ਼ਰੂਰਤ ਹੈ ਤਾਂ ਉਹ ਪੂਰੀ ਹੁੰਦੀ ਰਹੇ। ਅਤੇ ਆਈ ਕੁਡ ਅੰਡਰਸਟੈਂਡ ਵੀ ਇਹਨਾਂ ਦਾ ਜਿਹੜਾ ਪ੍ਰੋਫੈਸ਼ਨ ਹੈ ਡਿਮਾਂਡ ਕਰਦਾ, ਅਤੇ ਮੈਨੂੰ ਕਦੇ ਨਹੀਂ ਇਹ ਲੱਗਦਾ ਕਿ ਇਹ ਜਿੱਥੇ ਪੇਸ਼ੈਂਟਸ ਨੂੰ ਲੋੜ ਹੈ ਜਾਂ ਕਿਸੇ ਨੂੰ ਲੋੜ ਹੈ, ਉਹ ਲੋੜ ਛੱਡ ਕੇ ਮੇਰੇ ਲਈ ਸਪੈਸ਼ਲ ਆਉਣ। ਤਾਂ ਸੋ ਅਸੀਂ ਬੜੇ ਸੈਟਿਸਫਾਈਡ ਅਤੇ ਫੁਲਫਿਲਡ ਹਾਂ। ਅਲੱਗ ਵੀ ਰਹਿਣਾ ਪਿਆ, ਤੁਹਾਨੂੰ ਦੱਸਿਆ ਵੀ ਗੁਣਰਾਜ ਹਾਈ ਸਕੂਲ ਦੇ ਵਿੱਚ ਕੈਨੇਡਾ ਚਲੇ ਗਿਆ ਸੀ ਸਾਡੀ ਫੈਮਿਲੀ PR ਕਰਕੇ, ਅਤੇ ਇਹ ਹੌਸਪੀਟਲ ਬਿਲਕੁਲ ਨਹੀਂ ਸੀ ਛੱਡ ਸਕਦੇ, ਅਤੇ ਮੈਂ ਗੁਣਰਾਜ ਕੋਲ ਕਈ ਮਹੀਨੇ ਜਾ ਕੇ ਰਹਿੰਦੀ ਸੀ। ਅਤੇ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਵੀ ਅਸੀਂ ਸ਼ੁਰੂ ਤੋਂ ਬੜੇ ਕਲੋਜ਼, ਇੱਦਾਂ ਲੱਗਦਾ ਵੀ ਵਰ ਨੈਵਰ ਅਪਾਰਟ, ਅਸੀਂ ਹਮੇਸ਼ਾ ਇਕੱਠੇ ਸੀ। ਅਤੇ ਉੱਥੇ ਮਿਸ ਬਹੁਤ ਕਰਦੀ ਸੀ ਮੈਂ, ਬਹੁਤ ਜ਼ਿਆਦਾ।
ਤੇ ਉਦੋਂ ਫਿਰ ਮੈਂ ਪੇਂਟਿੰਗ ਐਜ਼ ਹੌਬੀ, ਕਿਉਂਕਿ ਇਹਨਾਂ ਦਾ ਹਮੇਸ਼ਾ ਇਹ ਹੁੰਦਾ ਸੀ ਵੀ ਵਟ ਐਵਰ ਯੂ ਹੈਵ ਤੂੰ ਉਹਨੂੰ ਆਪਣਾ ਇਵੋਲਵ ਕਰ, ਹੈ ਨਾ। ਅਤੇ ਮੈਂ ਪੇਂਟਿੰਗ ਸ਼ੁਰੂ ਕੀਤੀ, ਐਗਜ਼ੀਬਿਸ਼ਨਸ ਲਗਾਈਆਂ ਪੇਂਟਿੰਗ ਦੀਆਂ, ਹੈ ਨਾ। ਅਤੇ ਯੈਸ ਇੱਦਾਂ ਪਰ ਵੀਡੀਓ ਕਾਲ ਕਰਕੇ ਅਤੇ ਜਿਹੜੇ ਇੱਦਾਂ ਦੇ ਟਾਈਮ ਸੀਗੇ ਉਹ ਵੀ ਹੱਸਦੇ ਖੇਡਦੇ ਜਾਏ ਬੀਤ ਗਏ। ਸੋ ਕੋਈ ਗ੍ਰੋਸ ਕੰਪਲੇਂਟਸ ਨਹੀਂ ਆ ਲਾਈਫ ਤੋਂ। ਦੂਜਾ ਹੈ ਵੀ ਜਦੋਂ ਹੀ ਗੁਰਰਾਜ ਹੁਣ ਸੈਟਲ ਹੋ ਗਿਆ, ਹੁਣ ਲੋਕੀ ਕਹਿੰਦੇ ਕੈਨੇਡੀਅਨ PR ਚਾਹੀਦੀ ਹੈ, ਇਹ ਕਹਿੰਦੀ ਮੈਂ ਤਾਂ ਹੁਣ ਜਾਣਾ ਨਹੀਂ, ਉਹ ਸੈਟਲਡ ਹੈ ਤੇ ਮੈਂ PR ਤਸੱਲੀ ਹੈ ਵੀ ਉਹ ਅਨਮੋਲ ਸਾਡੀ ਬੇਟੀ ਤੇ ਗੁਣਰਾਜ ਇਹ ਹੁਣ ਹੈਗਾ, ਹੁਣ ਮੇਰੀ ਜ਼ਰੂਰਤ ਦੇ ਨਹੀਂ ਆਰ ਹੈ। ਵੈਰੀ ਹੈਪੀ ਟੂਗੈਦਰ, ਬੜੇ ਪਿਆਰਾ ਜਿਹਾ ਕਪਲ ਹੈ, ਹੈ ਨਾ। ਅਤੇ ਹੁਣ ਲੱਗਦਾ ਵੀ ਜਾਵਾਂਗੇ ਇਕੱਠੀ ਜਾਇਆ ਕਰਾਂਗੇ। ਹੁਣ ਮੇਰੀ ਉੱਥੇ ਇਕੱਲੇ ਜਾਣ ਦੀ ਲੋੜ ਨਹੀਂ ਹੈ। ਸੋ ਜਿੱਦਾਂ ਲਾਈਫ ਗਰੋ ਕਰੀ ਜਾਂਦੀ ਹੈ ਵੀ ਬੱਚੇ ਨੂੰ ਜਿਸ ਵੇਲੇ ਜਿੱਥੇ ਲੋੜ ਹੈ ਅਤੇ ਉੱਦਾਂ ਅਸੀਂ ਆਪਣੀਆਂ ਰਿਸਪੋਂਸੀਬਿਲਿਟੀਜ਼ ਕਰਦੇ ਰਹੇ। ਜਿਹੜੀ ਸਟੇਜ ਤੇ ਤੁਸੀਂ ਹੋ, ਸੌਰੀ ਸਰ ਤੁਸੀਂ ਗੱਲ ਸੁਣਾ ਰਹੇ ਸੀ, ਮਤਲਬ ਇੱਥੇ ਆ ਕੇ ਜਿਵੇਂ ਹੁਣ ਗੁਣਰਾਜ ਹੈ ਨਾ ਤੁਹਾਡਾ ਇਕੱਲਾ ਹੀ ਬੇਟਾ, ਤੁਹਾਡਾ ਧਿਆਨ ਪੂਰਾ ਉਹਦੇ 'ਚ ਹੀ, ਆਪਾਂ ਆਪਣੀ ਜ਼ਿੰਦਗੀ ਦਾ ਮਕਸਦ ਹੀ ਉਹ ਸਮਝਦੇ ਹਾਂ ਨਾ, ਜਿਵੇਂ ਤੁਸੀਂ ਕਿਹਾ ਵੀ ਇਹਨਾਂ ਤੋਂ ਵੀ ਲੱਗ ਰਹੇ ਤੁਸੀਂ ਉਹਨਾਂ ਲਈ ਜਾ ਕੇ, ਹੈ ਨਾ। ਅਤੇ ਇਸ ਸਟੇਜ 'ਤੇ ਆ ਕੇ ਨਾ ਪੇਰੈਂਟਸ ਨੂੰ ਬਹੁਤ ਜ਼ਿਆਦਾ ਹੋ ਜਾਂਦਾ ਵੀ ਹੁਣ ਮਤਲਬ ਬੱਚੇ ਦੀ ਜ਼ਿੰਦਗੀ 'ਤੇ ਵੀ ਸਾਡੀ ਪਕੜ ਹੋਵੇ, ਹੈ ਨਾ। ਉਹ ਕੀ ਫੈਸਲੇ ਲੈ ਰਿਹਾ ਆਪਣੀ ਜ਼ਿੰਦਗੀ ਬਾਰੇ, ਜਾਂ ਉਹ ਕੱਲ੍ਹ ਨੂੰ ਇੱਥੋਂ ਤੱਕ ਵੀ ਅਸੀਂ ਇਕਨੋਮੀਕਲ ਇਸ਼ੂਜ਼ ਦੇ ਵਿੱਚ ਵੀ ਇੰਟਰਫੇਰੈਂਸ ਹੁੰਦੀ ਆ, ਸਾਡੀ ਪਰਸਨਲ ਲਾਈਫ 'ਚ ਵੀ ਹੋ ਜਾਂਦੀ ਹੈ। ਤੁਸੀਂ ਇਹ ਚੀਜ਼ਾਂ ਮਹਿਸੂਸ ਕਰਦੇ ਹੋ ਵੀ ਇਹ ਹੋਣਾ ਚਾਹੀਦਾ ਜਾਂ ਨਹੀਂ ਹੋਣਾ ਚਾਹੀਦਾ? ਗੁਣਰਾਜ ਐਕਚੁਅਲੀ ਨਾ ਸਾਡੀ ਪਕੜ ਬਿਲਕੁਲ ਨਹੀਂ ਹੈ। ਜਦ ਤੱਕ ਉਹਨੂੰ ਜ਼ਰੂਰਤ ਸੀ ਅਸੀਂ ਉਹਦਾ ਪੂਰਾ ਸਾਥ ਦਿੱਤਾ। ਹੁਣ ਮੈਂ ਇਹਨੂੰ ਕਿਹਾ ਹੈ, ਮੈਂ ਕਿਹਾ ਜਦੋਂ ਤੈਨੂੰ ਜ਼ਰੂਰਤ ਹੋਈ ਮੈਨੂੰ ਦੱਸ ਦੀ, ਅਦਰਵਾਈਜ਼ ਆਈ ਐਮ ਨਾਟ ਇੰਟਰਫੇਅਰਿੰਗ। ਅਤੇ ਮੈਨੂੰ ਕੋਈ ਇਹੋ ਜਿਹਾ ਭੁਲੇਖਾ ਨਹੀਂ ਹੈ ਕਿ ਮੈਂ ਕਹਾਂ ਜੀ ਮੇਰੀ ਓਲਡ ਏਜ ਦਾ ਸਹਾਰਾ ਹੈ ਜਾਂ ਮੈਨੂੰ ਫਾਈਨੈਂਸ਼ੀਅਲੀ ਹੈਲਪ ਕਰੇ ਜਾਂ ਕੁਛ ਕਰੇ। ਉਹ ਖੁਸ਼ ਰਵੇ, ਅਸੀਂ ਖੁਸ਼ ਹਾਂ। ਆਲਦੋ ਅਸੀਂ ਇਮੋਸ਼ਨਲੀ ਲਾਈਕ ਜਿੱਦਾਂ ਅਸੀਂ ਕਹਿੰਦੇ ਹਾਂ ਨਾ ਵੀ ਅਸੀਂ ਐਂ ਲੱਗਦਾ ਵੀ ਅਸੀਂ ਦੋਨੋਂ ਅਤੇ ਅਸੀਂ ਤਿੰਨੋਂ ਅਤੇ ਹੁਣ 4th ਸਾਡਾ ਮੈਂਬਰ, ਸਾਨੂੰ ਇਮੋਸ਼ਨਲੀ ਅਸੀਂ ਉਨੇ ਹੀ ਬੌਂਡਡ ਆ। ਅਤੇ ਸਵੇਰੇ ਸ਼ਾਮ ਜਿਸ ਤਰ੍ਹਾਂ ਸਾਡੀ ਮਤਲਬ ਮਜ਼ੇ ਦੀਆਂ ਇੱਦਾਂ ਦੀਆਂ ਹੀ ਗੱਲਾਂ ਹੁੰਦੀਆਂ, ਹੈ ਨਾ। ਬੌਂਡਡ ਆ, ਪਰ ਇੱਕ ਦੂਜੇ ਨੂੰ ਅਸੀਂ ਕੰਟਰੋਲ ਨਹੀਂ ਕਰਨਾ ਚਾਹੁੰਦੇ। ਹਾਂ, ਇੱਕ ਦੂਸਰੇ ਲਈ ਅਸੀਂ ਲਾਈਕ ਅਸੀਂ ਆਪਸ 'ਚ ਵੀ ਨਹੀਂ ਅਤੇ ਉਹਦੇ ਲਈ ਵੀ ਅਸੀਂ ਆਈ ਥਿੰਕ ਆਪਾਂ ਕੀ ਕਹਾਂਗੇ ਰੁਕਾਵਟ ਨਹੀਂ, ਹੈ ਨਾ। ਅਤੇ ਆਈ ਥਿੰਕ ਇਹ ਗੱਲ ਅਸੀਂ ਬਰਡਸ ਤੋਂ ਸਿੱਖੀ, ਹੈ ਨਾ। ਅਤੇ ਜਿੱਦਾਂ ਗੁਣਰਾਜ ਬਹੁਤ ਹੀ ਇਮੋਸ਼ਨਲ ਜਿਹਾ ਬੱਚਾ, ਅਤੇ ਜਦੋਂ ਤੱਕ ਗਰੋ ਕਰ ਰਿਹਾ ਸੀ ਤਾਂ ਕਾਫੀ ਦੇਰ ਤੱਕ ਤਾਂ ਮੈਨੂੰ ਲੱਗਦਾ 8ਵੀਂ ਤੱਕ ਤਾਂ ਡਾਕਟਰ ਸਾਹਿਬ ਦੀ ਗੋਦੀ 'ਚ ਹੀ ਬੈਠਾ ਰਹਿੰਦਾ ਸੀ। ਅਤੇ ਨੈਚੁਰਲੀ ਹਰ ਪੇਰੈਂਟ, ਹਰ ਮਾਂ ਬਾਪ ਜਦੋਂ ਤੁਸੀਂ ਗਰੋ ਕਰਦੇ ਇੱਕ ਚੀਜ਼ ਤੁਹਾਡੀ ਬੜੀ ਅਟੈਚਡ ਹੁੰਦੀ ਹੈ ਨਾ। ਬਟ ਦੈਨ ਯੂ ਲੁੱਕ ਐਟ ਦ ਬਰਡਸ, ਹੈ ਨਾ। ਹੁਣ ਅਸੀਂ ਬਰਡ ਵਾਚਿੰਗ ਕਾਫੀ ਕਰਦੇ ਹਾਂ। ਅਤੇ ਜਦੋਂ ਛੋਟੇ ਛੋਟੇ ਉਹ ਨਿਕਲਦੇ ਨੇ ਚਿਕਸ ਜਾਂ ਫਲੈਜਲਿੰਗਸ, ਹੈ ਨਾ, ਅਤੇ ਉਹ ਫੀਡ ਵੀ ਕਰ ਰਹੇ ਆ ਪੇਰੈਂਟਸ, ਹੈ ਨਾ। ਉਹਨਾਂ ਦੀ ਪੂਰੀ ਜੇ ਬਾਰਿਸ਼ ਹੋ ਰਹੀ ਹੈ ਉਹਦੇ ਕਵਰ ਵੀ ਕਰਕੇ ਬੈਠ ਰਹੇ ਆ, ਹੈ ਨਾ। ਬਟ ਦ ਮੂਮੈਂਟ ਉਹ ਰੈਡੀ ਨੇ ਫਲਾਈ ਕਰਨ ਲਈ ਬਰਡਸ, ਹੈ ਨਾ, ਫਿਰ ਉਹ ਮੁੜ ਕੇ ਨਹੀਂ ਦੇਖਦੇ ਉਹਨਾਂ ਨੂੰ, ਉਹ ਚਾਹੁੰਦੇ ਆ ਵੀ ਇਹ ਫਲਾਈ ਕਰੇ। ਹੁਣ ਇੱਦਾਂ ਹੀ ਅਸੀਂ ਚਾਹੁੰਦੇ ਹਾਂ ਵੀ ਗੁਣਰਾਜ ਅਤੇ ਅਨਮੋਲ ਹੁਣ ਬਸ ਉਹ ਆਪਣੀ ਫਲਾਈ ਕਰਨ, ਅਤੇ ਅਸੀਂ ਯੈਸ ਵੀ ਇੰਜੋਏ ਵੀ ਹਾਂ ਫਲਾਈ ਕਰ ਰਹੇ ਹਾਂ, ਹੈ ਨਾ। ਓਲਡ ਏਜ ਦਾ ਸਭ ਤੋਂ ਵੱਡੀ ਜਿਹੜੀ ਸਿਕਿਉਰਿਟੀ ਹੈ ਵੀ ਤੁਸੀਂ ਆਪਣੀ ਸਿਹਤ ਠੀਕ ਰੱਖੋ। ਵੀ ਆਰ ਵਰਕਿੰਗ ਔਨ ਦੈਟ, ਵੀ ਆਪਣੇ ਆਪ ਨੂੰ ਜਿੰਨਾ ਫਿੱਟ ਰੱਖ ਸਕਦੇ ਹੋ ਫਿੱਟ ਰੱਖੋ, ਤਾਂ ਕਿ ਫਿਜ਼ੀਕਲੀ ਡਿਪੈਂਡੈਂਟ ਹੀ ਨਾ ਹੋ। ਮੈਂਟਲੀ ਅਸੀਂ ਵੈਸੇ ਹੀ ਨਹੀਂ ਡਿਪੈਂਡੈਂਟ, ਫਿਜ਼ੀਕਲੀ ਵੀ ਡਿਪੈਂਡੈਂਟ ਨਾ ਹੋ। ਬਿਲਕੁਲ, ਦੇਖੋ ਇਸ ਏਜ 'ਚ ਆ ਕੇ ਨਾ ਪੇਰੈਂਟਸ ਇਹ ਸੋਚਣ ਲੱਗ ਜਾਂਦੇ ਵੀ ਹੁਣ ਸਾਰਾ ਕੁਛ ਤੇਰਾ ਹੀ ਆ, ਤੂੰ ਹੀ ਸੰਭਾਲ। ਅਤੇ ਉਹ ਤੇਰੇ 'ਚ ਅਸਲ 'ਚ ਇਹ ਹੁੰਦਾ ਵੀ ਹੁਣ ਅਸੀਂ ਤੇਰੇ 'ਤੇ ਹੀ ਹੋ ਗਏ ਹਾਂ, ਮਤਲਬ ਤੂੰ ਸਾਨੂੰ ਸੰਭਾਲ, ਹੈ ਨਾ। ਪਰ ਏਜ ਤੁਹਾਨੂੰ ਇਹ ਤਾਂ ਨਹੀਂ ਕਹਿੰਦੀ ਵੀ ਤੁਸੀਂ ਕਿਸੇ 'ਤੇ ਡਿਪੈਂਡ ਹੋ ਜਾਓ, ਹੈ ਨਾ। ਤੁਸੀਂ ਪੋਜ਼ੀਟਿਵ ਰਹੋ, ਤੁਸੀਂ ਫਿਜ਼ੀਕਲੀ ਫਿੱਟ ਰਹੋ। ਤਾਂ ਮੈਨੂੰ ਲੱਗਦਾ ਤੁਹਾਡੇ ਬੱਚਿਆਂ ਨੂੰ ਉਸ ਏਜ 'ਚ ਸਗੋਂ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਉਹਨਾਂ ਦਾ ਟਾਈਮ ਦਿਓ ਕਿ ਉਹ ਬਿਲਕੁਲ ਆਪਣੀ ਲਾਈਫ ਸੈਟਲ ਕਰਨ, ਹੈ ਨਾ। ਅਤੇ ਅਸੀਂ ਉਦੋਂ ਹੀ ਬੰਨਣਾ ਸ਼ੁਰੂ ਕਰ ਦਿੰਦੇ ਹਾਂ। ਬਲਕਿ ਉਹ ਕਹਿੰਦਾ ਹੈ ਨਾ, ਗੁਣਰਾਜ ਕਹੇਗਾ ਕਿ ਪਾਪਾ ਵੀ ਯੂ ਆਰ ਮਾਈ ਰੋਲ ਮਾਡਲ, ਵੀ ਮੈਂ ਤੁਹਾਡੇ ਨਾਲ ਇਸ ਲਈ ਟਾਈਮ ਬਹੁਤ ਸਪੈਂਡ ਕਰਨਾ ਚਾਹੁੰਦਾ ਵੀ ਆਈ ਵਾਂਟ ਟੂ ਨੋ ਵੀ ਜ਼ਿੰਦਗੀ 'ਚ ਇੱਦਾਂ। ਅੱਛਾ, ਉਹ ਵੀ ਕਾਫੀ ਡਿਵੈਲਪਡ। ਜਿਵੇਂ ਕੋਈ ਮੈਂ ਉਹਨੂੰ ਗੱਲ ਕੀਤੀ ਜਿਹੜੀ ਉਹਦੇ ਪਸੰਦ ਦੀ ਨਹੀਂ ਸੀ, ਫੋਨ 'ਤੇ ਹੀ ਸੀ, ਅਤੇ ਉਹ ਥੋੜ੍ਹਾ ਜਿਹਾ ਤਲਖੀ ਨਾਲ ਬੋਲਿਆ, ਨਹੀਂ ਪਾਪਾ ਇੱਦਾਂ ਨਹੀਂ, 2 ਸਾਲ ਦੀ ਪੁਰਾਣੀ ਗੱਲ ਹੈ। 10 ਮਿੰਟ ਬਾਅਦ ਫੋਨ ਆ ਗਿਆ, ਸੌਰੀ ਪਾਪਾ ਮੈਂ ਰਿਐਕਟ ਕੀਤਾ ਸੀ, ਮੇਰੀ ਈਗੋ ਸੀ। ਬਿਕੋਜ਼ ਜੋ ਉਹ ਸਾਨੂੰ ਦੇਖਦਾ ਵੀ ਵੀ ਡੋਂਟ ਰਿਐਕਟ,
ਉਹਨੂੰ ਵੀ ਪਤਾ ਲੱਗ ਗਿਆ ਵੀ ਇਹ ਹੁਣ ਮੇਰੀ ਈਗੋ ਬੋਲ ਰਹੀ ਹੈ ਕਿ ਮੈਂ ਬੋਲ ਰਿਹਾ। ਤੋ ਜਿਹੜੇ ਜਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਸ਼ਾਂਤ ਕੀਤਾ, ਹੀ ਇਜ਼ ਆਲਸੋ ਔਨ ਦੋਜ਼ ਫੁੱਟ ਸਟੈਪਸ ਕਿ ਮੈਂ ਆਪਣੀ ਈਗੋ ਨੂੰ ਆਪਣੇ ਰਿਲੇਸ਼ਨਸ ਦੇ ਵਿੱਚ ਨਾ ਆਉਣ ਦੇਵਾਂ। ਹੀ ਇਜ਼ ਵੈਰੀ ਮੈਚੁਰ। ਤੁਸੀਂ 34 ਸਾਲ ਦੇ ਸਫ਼ਰ 'ਚ ਵੀ ਇਹ ਸੋਚ ਰਹੇ ਹੋ ਕਿ ਰਿਸ਼ਤਾ ਨਵਾਂ ਹੈ ਬਿਲਕੁਲ, ਹੈ ਨਾ? ਤੇ ਉਹ ਜੋੜਿਆਂ ਬਾਰੇ ਤੁਸੀਂ ਕੀ ਸੋਚਦੇ ਹੋ ਕਿ ਜਿਹੜੇ ਆਪਾਂ ਹਾਂ ਮਤਲਬ ਇਸ ਚੀਜ਼ ਦੀ ਆਪਾਂ ਕਦੀ ਹਾਮੀ ਨਹੀਂ ਭਰਦੇ ਕਿ ਤੁਸੀਂ ਇੱਕ ਦੂਜੇ ਨਾਲ ਬਿਲਕੁਲ ਖੁਸ਼ ਨਹੀਂ, ਸੰਤੁਸ਼ਟ ਨਹੀਂ, ਤਾਂ ਤੁਸੀਂ ਫਿਰ ਵੀ ਉਸ ਰਿਸ਼ਤੇ ਨੂੰ ਢੋਵੋ, ਹੈ ਨਾ? ਕਿਉਂਕਿ ਹਰ ਬੰਦਾ ਕਹਿੰਦਾ ਕਿ ਮੈਨੂੰ ਇੱਕੋ ਜ਼ਿੰਦਗੀ ਮਿਲੀ ਆ, ਪਰ ਇਹ ਵੀ ਹੁੰਦਾ ਹੈ ਕਿ ਤੁਸੀਂ ਕਿਸੇ ਵੀ ਰਿਸ਼ਤੇ 'ਚ ਮੂਵ ਕਰ ਸਕਦੇ ਹੋ ਕਿ ਹਾਂ ਮੇਰੇ ਭਰਾ ਨਾਲ ਨਹੀਂ ਬਣਦੀ ਤਾਂ ਮੈਂ ਥੋੜ੍ਹਾ ਚਿਰ ਇਹ ਤੋਂ ਸੈਪਰੇਟ ਹੋ ਸਕਦਾ ਨਾ, ਜਾਂ ਪੇਰੈਂਟਸ ਨਾਲ ਤੁਹਾਡੀ ਅੰਡਰਸਟੈਂਡਿੰਗ ਨਹੀਂ ਤਾਂ ਤੁਸੀਂ ਜਿਉਂ ਸਕਦੇ ਹੋ। ਪਰ ਜਦੋਂ ਜਿਹੜਾ ਰਿਸ਼ਤਾ ਤੁਸੀਂ ਆਪ ਚੂਜ਼ ਕਰਦੇ ਹੋ ਕਿ ਇਹ ਬੰਦਾ ਮੇਰੇ ਲਈ ਪਰਫੈਕਟ ਆ ਅਤੇ ਮੈਂ ਇਹਦੇ ਨਾਲ ਵਿਆਹ ਕਰਾ ਸਕਦਾ ਨਾ, ਉਹਦੇ ਨਾਲ ਤੁਹਾਡੀਆਂ 2 ਸਾਲ ਦੀਆਂ ਤਲਖੀਆਂ ਤੁਹਾਨੂੰ ਕਹਿਣ ਲੱਗ ਜਾਂਦੀਆਂ ਨੇ ਕਿ ਤੁਸੀਂ ਡਿਵੋਰਸ ਲੈ ਲਓ, ਤਾਂ ਉਹਨਾਂ ਚੀਜ਼ਾਂ ਬਾਰੇ ਤੁਹਾਡੇ ਜਿਹੇ ਕਪਲ ਕੀ ਸੋਚਦੇ ਹੁੰਦੇ ਕਿ ਇਹ ਸਾਰਾ ਕੁਛ ਕਿਉਂ ਹੋ ਰਿਹਾ? ਐਕਚੁਅਲੀ ਜੇ ਸਾਡੇ ਮਨ 'ਚ ਆਪਸ਼ਨ ਹੋਵੇ ਵੀ ਅਸੀਂ ਇਸ ਰਿਸ਼ਤੇ ਨੂੰ ਛੱਡ ਵੀ ਸਕਦੇ ਹਾਂ, ਫਿਰ ਤੁਹਾਨੂੰ ਦੂਜੇ ਦੀਆਂ ਗਲਤੀਆਂ ਲੱਭਣ ਦਾ ਸਵਾਦ ਆਉਣ ਲੱਗ ਪੈਂਦਾ, ਕਿਉਂਕਿ ਆਪਸ਼ਨ ਹੈ। ਜਦੋਂ ਅਸੀਂ ਇਕੱਠੇ ਹੋਏ ਜਾਂ ਕੋਈ ਵੀ ਰਾਈਟ ਥਿੰਕਿੰਗ ਬੰਦਾ ਇਕੱਠਾ ਹੋਊਗਾ, ਉਹਦੇ ਕੋਲ ਆਪਸ਼ਨ ਨਹੀਂ ਹੁੰਦੀ। ਹੁਣ ਜਿਵੇਂ ਆਪਣੇ ਮਾਂ ਪਿਓ ਨੂੰ ਛੱਡ ਨਹੀਂ ਸਕਦੇ ਕਿਉਂਕਿ ਆਪਸ਼ਨ ਤਾਂ ਹੈ ਨਹੀਂ, ਭਰਾ ਨੂੰ ਛੱਡ ਨਹੀਂ ਸਕਦੇ, ਆਪਸ਼ਨ ਤਾਂ ਹੈ ਨਹੀਂ। ਇਹ ਥੋੜ੍ਹਾ ਨਾ ਵੀ ਕੁੜੀ ਬਾਹਰੋਂ ਆਈ ਹੈ ਤੁਹਾਡੇ ਕੋਲ ਆਪਸ਼ਨ ਆ ਗਈ। ਜੇ ਬਾਕੀ ਰਿਸ਼ਤਿਆਂ 'ਚ ਆਪਸ਼ਨ ਨਹੀਂ ਹੈ ਤਾਂ ਇੱਥੇ ਆਪਸ਼ਨ ਕਿਉਂ ਹੈ? ਸੋ ਜੇ ਤੁਹਾਡੇ ਕੋਲ ਆਪਸ਼ਨ ਨਹੀਂ ਹੈ, ਫਿਰ ਦੇਖੋ 2 ਬੰਦੇ ਹਮੇਸ਼ਾ ਡਿਫਰੈਂਟ ਹੋਣਗੇ, ਕਿਉਂਕਿ ਉਹਦਾ ਮਾਈਂਡ ਜਿਹੜਾ ਉਹਦੀ ਕੰਡੀਸ਼ਨਿੰਗ ਉਹਦੀ ਬੈਕਗਰਾਊਂਡ ਦੇ ਹਿਸਾਬ ਨਾਲ ਹੈ। ਹਾਂਜੀ। ਦੂਜੇ ਬੰਦੇ ਦੀ ਕੰਡੀਸ਼ਨਿੰਗ ਉਹਦੀ ਬੈਕਗਰਾਊਂਡ ਦੇ ਹਿਸਾਬ ਨਾਲ ਹੈ। ਜਦੋਂ 2 ਅਲੱਗ-ਅਲੱਗ ਬੈਕਗਰਾਊਂਡ ਤੋਂ ਬੰਦੇ ਆਉਣਗੇ, ਉਹਨਾਂ ਦਾ ਥਿੰਕਿੰਗ ਪੈਟਰਨ, ਉਹਨਾਂ ਦੀਆਂ ਫੀਲਿੰਗਸ, ਉਹਨਾਂ ਦੇ ਐਕਸਪੀਰੀਅੰਸਿਸ ਬਿਲਕੁਲ ਡਿਫਰੈਂਟ ਹੋਣਗੇ। ਦੈਟ ਡਜ਼ ਨਾਟ ਮੀਨ ਦੈਟ ਦੇ ਕੈਨ ਨਾਟ ਲਿਵ ਟੁਗੈਦਰ ਪੀਸਫੁਲੀ। ਉਹ ਤਾਂ ਹੀ ਪ੍ਰੋਬਲਮ ਆਏਗੀ ਜੇ ਤੁਸੀਂ ਸਿਰਫ ਨੈਗੇਟਿਵਿਟੀਜ਼ 'ਤੇ ਧਿਆਨ ਦਿਓਗੇ। ਜੇ ਈਗੋ ਨਾਲ ਗੱਲ ਕਰੇਗੀ ਤਾਂ ਲੜਾਈ ਹੋਣੀ ਹੈ। ਜਿੱਥੇ ਤੁਸੀਂ ਕੰਡੀਸ਼ਨਿੰਗ ਤੋਂ ਬਾਹਰ ਆ ਕੇ ਗੱਲ ਕਰੋਗੇ ਉੱਥੇ ਕੋਈ ਲੜਾਈ ਨਹੀਂ ਹੈ। ਸੋ ਐਡਵਾਈਸ ਤਾਂ ਇਹੀ ਹੈ ਵੀ ਜਦੋਂ ਤੁਹਾਡਾ ਕੋਈ ਪਾਰਟਨਰ ਹੈ, ਉਹਦੇ ਪਰਸਪੈਕਟਿਵ ਨੂੰ ਸਮਝੋ, ਆਪਣਾ ਪਰਸਪੈਕਟਿਵ ਬਾਅਦ 'ਚ ਲਿਆਓ। ਮੈਚਿਓਰਟੀ ਇਹੀ ਹੈ ਵੀ ਜਿਹੜਾ ਤੁਹਾਡੇ ਸਾਹਮਣੇ ਤੁਹਾਡਾ ਪਾਰਟਨਰ ਹੈ ਉਹ ਕੀ ਕਹਿਣਾ ਚਾਹ ਰਿਹਾ ਉਹ ਤਾਂ ਸਮਝ ਲਓ। ਅਸੀਂ ਹਮੇਸ਼ਾ ਆਪਣੀ ਗੱਲ ਹੀ ਸਮਝਾਉਣਾ ਚਾਹੁੰਦੇ ਹਾਂ। ਇਸੇ ਲਈ ਮੈਨੂੰ ਲੱਗਦਾ ਤੁਸੀਂ ਮੈਮ ਦੇ ਹਰ ਡਿਸੀਜ਼ਨ ਦੀ ਰਿਸਪੈਕਟ ਕਰਦੇ ਹੋ ਨਾ। ਉਹਨਾਂ ਨੇ ਜੌਬ ਕੁਇਟ ਕੀਤੀ ਤਾਂ ਜਦੋਂ ਐਕਚੁਅਲੀ ਇੱਕ ਵਾਰੀ ਪਤਾ ਲੱਗ ਗਿਆ ਵੀ ਇਹ ਕੋਈ ਗਲਤ ਡਿਸੀਜਨ ਨਹੀਂ ਲਏਗੀ। ਫਾਈਨੈਂਸ਼ੀਅਲੀ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ। ਫਾਈਨੈਂਸਿਸ ਆਰ ਜਸਟ ਟਾਈਨੀ ਆਸਪੈਕਟ ਆਫ ਦਿਸ ਹੋਲ ਯੂਨੀਵਰਸ। ਲਾਈਫ ਤਾਂ ਇਹਦੇ ਨਾਲੋਂ ਕਿਤੇ ਵਾਸਟ ਹੈ। ਇਹਨੇ ਕਿਹਾ ਮੈਂ ਜੌਬ ਛੱਡਣੀ ਹੈ, ਚਾਹੇ 1.5 ਲੱਖ ਰੁਪਏ ਤਨਖਾਹ ਆਉਂਦੀ ਸੀ, ਉਹ 1.5 ਲੱਖ ਸਾਡੇ ਲਈ ਮੈਟਰ ਨਹੀਂ ਕਰਦਾ। ਇਹ ਨਹੀਂ ਹੈ ਵੀ ਮੈਂ ਬਹੁਤ ਕਮਾ ਰਿਹਾ, ਜੇ ਮੈਂ ਨਾ ਵੀ ਕਮਾਉਂਦਾ ਹੋਵਾਂ ਤਾਂ ਵੀ ਮੈਟਰ ਨਹੀਂ ਕਰਦਾ, ਕਿਉਂਕਿ ਵਾਟ ਇਜ਼ ਇੰਪੋਰਟੈਂਟ ਇਜ਼ ਦੈਟ ਦਿਸ ਇਜ਼ ਸ਼ਾਰਟ ਲਾਈਫ, ਵੀ ਸ਼ੁੱਡ ਲਿਵ ਇਟ ਬਲਿਸਫੁਲੀ। ਜੇ ਉਹਦੇ 'ਚ ਕੋਈ ਵੀ ਬਾਧਾ ਆ ਰਹੀ ਹੈ, ਚਾਹੇ ਤੁਹਾਡਾ ਪ੍ਰੋਫੈਸ਼ਨ ਹੈ, ਚਾਹੇ ਤੁਹਾਡੀ ਜੌਬ ਹੈ, ਚਾਹੇ ਕੋਈ ਰਿਸ਼ਤੇਦਾਰ ਹੈ, ਦੂਰੀ ਬਣਾ ਲਓ, ਕਿਉਂਕਿ ਅਲਟੀਮੇਟ ਪਰਪਸ ਤਾਂ ਹੱਸਦੇ ਖੇਡਦੇ ਜਾਣਾ ਹੀ ਹੈ। ਬਿਲਕੁਲ। ਮੈਮ ਗੁਣਰਾਜ ਨੂੰ ਤੁਸੀਂ ਕੁਝ ਇੱਦਾਂ ਦਾ ਸੁਜੈਸਟ ਕੀਤਾ ਸੀ ਵਿਆਹ ਤੋਂ ਪਹਿਲਾਂ ਕਿ ਤੂੰ ਇੱਦਾਂ ਦੀ ਕੁੜੀ ਚੂਜ਼ ਕਰ, ਜਾਂ ਇਹ ਉਮੀਦਾਂ ਸੀ ਤੁਹਾਨੂੰ? ਇਸ ਤਰ੍ਹਾਂ ਨਹੀਂ, ਬਟ ਜਿੱਦਾਂ ਆਈ ਥਿੰਕ ਮੈਨੂੰ ਇੱਕ ਬੜਾ ਚੰਗਾ ਲੱਗਦਾ ਹੁੰਦਾ, ਕਿਤੇ ਮੈਂ ਪੜ੍ਹਿਆ ਸੀਗਾ ਕਿ ਬੱਚੇ ਸੁਣਦੇ ਨਹੀਂ ਆ, ਦੇਖਦੇ ਆ, ਐਂਡ ਵਟ ਐਵਰ ਦੇ ਸੀ ਦੇ ਬਿਕਮ, ਹੈ ਨਾ। ਅਤੇ ਆਈ ਥਿੰਕ ਇੱਦਾਂ ਹੀ ਕੋਈ ਇਸ ਤਰ੍ਹਾਂ ਲੈਕਚਰ ਜਾਂ ਇੱਦਾਂ ਕੁਛ ਸਪੈਸ਼ਲ ਕਹਿਣ ਦੀ ਲੋੜ ਨਹੀਂ ਸੀ। ਅਤੇ ਆਈ ਥਿੰਕ ਹੀ ਜਸਟ ਇੰਬਾਈਬਡ ਆਲ ਦਿਸ। ਅਤੇ ਅਨਮੋਲ ਉਹਦੇ ਨਾਲ ਹਾਈ ਸਕੂਲ 'ਚ ਹੀ ਪੜ੍ਹਦੀ ਸੀਗੀ, ਅਤੇ ਜਦੋਂ ਮੈਂ ਜਾ ਕੇ ਰਹਿੰਦੀ ਸੀ ਅਤੇ ਦੋਨੋਂ ਛੋਟੇ ਹੁੰਦੇ ਸੀ, 16-17 ਸਾਲ ਦੇ, ਅਤੇ ਉਹਨਾਂ ਨੂੰ ਵੀ ਮੈਂ ਹੈਵ ਸੀਨ ਦੈਮ ਗਰੋਇੰਗ ਟੂਗੈਦਰ। ਅਤੇ ਮੈਨੂੰ ਬੜੀ ਪਿਆਰੀ ਉਦੋਂ ਵੀ ਲੱਗਦੀ ਹੁੰਦੀ ਸੀ ਉਹ, ਅਤੇ ਚੰਗਾ ਲੱਗਦਾ ਸੀ ਉਦੋਂ ਹੀ। ਸਾਨੂੰ ਲੱਗਦਾ ਸੀ ਵੀ ਹਾਂ ਬਬਲੀ ਜੀ, ਪਿਆਰੀ ਜੀ ਕੁੜੀ ਇਹੀ ਸਾਡੇ ਕੋਲ ਆ ਜਾਏ।
ਤੇ ਆਈ ਥਿੰਕ ਗੁਣਰਾਜ ਤੇ ਉਹ ਵੀ ਆਪਸ 'ਚ ਨੈਚੁਰਲੀ ਦੇ ਜੈਲਡ ਵੈਰੀ ਮੱਚ ਟੁਗੇਦਰ। ਅਤੇ ਹੁਣ ਜਦੋਂ ਮੈਚਿਓਰ ਹੋ ਗਏ ਆਪਣੀ ਆਪਣੀ ਯੂਨੀਵਰਸਿਟੀਜ਼ ਦੇ ਵਿੱਚ ਉਹਨਾਂ ਨੇ ਆਪਣੀ ਦੋਨੋਂ ਸਾਈਕੋਲੋਜੀ ਦੀ ਮਾਸਟਰਸ ਕੀਤੀ ਆ ਉਹਨਾਂ ਨੇ। ਅਤੇ ਦੈਨ ਵੀ ਡਿਸਾਈਡਡ ਵੀ ਯੈਸ ਵੀ ਇਹ ਠੀਕ ਹੈਗਾ ਐਂਡ ਕਾਫੀ ਲੰਬਾ ਅਰਸੇ ਤੋਂ ਇਹ ਇੱਕ ਦੂਜੇ ਨੂੰ ਜਾਣ ਰਹੇ ਆ ਐਂਡ ਪਿਆਰੇ ਜਿਹੇ ਬੱਚੇ ਆ ਦੋਨੋਂ, ਇੱਕੋ ਜਿਹੇ ਆ। ਅੱਛਾ, ਮੈਨੂੰ ਬਹੁਤਾ ਨਹੀਂ ਸੀ ਪਤਾ ਹੁੰਦਾ ਕਿਉਂਕਿ ਮੈਂ ਕੈਨੇਡਾ ਨਹੀਂ ਰਿਹਾ, ਜ਼ਿਆਦਾ ਰਹੀ ਹੈ। ਤੇ ਮੈਨੂੰ ਤਾਂ ਇਹਦਾ ਫੋਨ ਆਇਆ ਵੀ ਗੁਣਰਾਜ ਨੂੰ ਅਨਮੋਲ ਪਸੰਦ ਹੈ। ਮੈਂ ਕਿਹਾ ਕਰ ਦੋ ਵਿਆਹ ਫਿਰ। ਐਂਡ ਉਨੀ ਹੀ ਪਿਆਰੀ ਫੈਮਿਲੀ ਹੈ ਉਹਨਾਂ ਦੀ, ਉਨੇ ਹੀ ਪਿਆਰੇ ਉਹ ਸਾਰੇ, ਅਤੇ ਸਾਰਾ ਕੁਛ ਹੀ ਐਕਚੁਅਲੀ ਯੂਨੀਵਰਸ ਅਟਰੈਕਟ ਕਰਦਾ ਅਤੇ ਬਹੁਤ ਵਧੀਆ। ਨਹੀਂ, ਤੁਹਾਡੀਆਂ ਗੱਲਾਂ ਸੁਣ ਕੇ ਮੈਨੂੰ ਸੱਚੀ ਇਹ ਲੱਗਦਾ ਵੀ ਚੰਗਾ ਸੋਚਣਾ ਚਾਹੀਦਾ ਹਮੇਸ਼ਾ, ਹੈ ਨਾ। ਤੁਹਾਡੇ ਨਾਲ ਚੰਗਾ ਵਾਪਰਦਾ ਵੀ ਤਦ ਹੀ ਹੈ ਜੋ ਤੁਸੀਂ ਚੰਗਾ ਅਟਰੈਕਟ ਕਰਦੇ ਹੋ। ਜਿਵੇਂ ਮੇਰੇ ਕੋਲ ਇੱਕ ਪੇਸ਼ੈਂਟ ਆਈ, ਕਹਿੰਦੀ ਜੀ ਮੇਰਾ ਘਰ ਵਾਲਾ ਬਹੁਤ ਸ਼ਰਾਬੀ ਸੀ, ਤੇ ਮੈਂ ਕਿਹਾ ਤੂੰ ਡਰਦੀ ਤਾਂ ਨਹੀਂ ਸੀ ਵੀ ਮੈਨੂੰ ਕਿਤੇ ਸ਼ਰਾਬੀ ਨਾ ਮਿਲ ਜੇ? ਕਹਿੰਦੀ ਮੈਂ ਬਹੁਤ ਡਰਦੀ ਸੀ। ਮੈਂ ਕਿਹਾ ਤੂੰ ਉਹੀ ਅਟਰੈਕਟ ਕੀਤਾ। ਤੁਹਾਡੇ ਫੀਅਰਸ ਵੀ ਐਕਚੁਅਲੀ ਤੁਹਾਡੀ ਰਿਐਲਿਟੀ, ਜਿਹੜੇ ਵੀ ਤੁਹਾਡੇ ਫੀਅਰਸ ਨੇ ਉਹ ਯੂਨੀਵਰਸ ਨੂੰ ਤੁਸੀਂ ਡਿਮਾਂਡ ਕਰ ਰਹੇ ਹੋ ਵੀ ਮੈਨੂੰ ਇਹ ਦੇ। ਐਂਡ ਜਿਵੇਂ ਨਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਬਿਲਕੁਲ। ਤੇ ਜੋ ਤੁਸੀਂ ਸੋਚਦੇ ਹੋ ਉਹ ਇਹ ਨਹੀਂ ਵੀ ਤੁਸੀਂ ਇਹ ਸੋਚ ਰਹੇ ਹੋ ਵੀ ਮੈਨੂੰ ਇਹ ਨਾ ਮਿਲੇ ਜਾਂ ਮਿਲੇ। ਤੁਸੀਂ ਚਾਹੇ ਨਾ ਮਿਲੇ ਸੋਚ ਰਹੇ ਹੋ, ਚਾਹੇ ਮਿਲੇ ਸੋਚ ਰਹੇ ਹੋ, ਪਰ ਤੁਸੀਂ ਸੋਚ ਤਾਂ ਰਹੇ ਹੋ ਨਾ, ਪਰਮਾਤਮਾ ਤੁਹਾਨੂੰ ਦਊਗਾ। ਜਦੋਂ ਤੁਹਾਡੇ ਵਾਲੀ ਮਤਲਬ ਸਟੇਜ ਹੁੰਦੀ ਹੈ ਨਾ ਕਿ ਚੰਗਾ ਕਮਾ ਰਹੇ ਹਾਂ, ਚੰਗਾ ਖਾ ਰਹੇ ਹਾਂ, ਸਭ ਕੁਝ ਚੰਗਾ, ਇਕੱਲਾ ਬੱਚਾ, ਤਾਂ ਉਦੋਂ ਪੇਰੈਂਟਸ ਨੂੰ ਉਹਦੀਆਂ ਛੋਟੀਆਂ ਛੋਟੀਆਂ ਸੈਲੀਬ੍ਰੇਸ਼ਨ ਨੂੰ ਵੀ ਬਹੁਤ ਵੱਡੀਆਂ ਕਰਨ ਦੀ ਇੱਛਾ ਹੁੰਦੀ ਹੈ ਨਾ, ਵੀ ਅਸੀਂ ਬਹੁਤ ਵੱਡਾ ਕਰੀਏ। ਅਸੀਂ ਕਈ ਵਾਰੀ ਮਤਲਬ ਜਿਵੇਂ ਮਾਂ ਪਿਓ ਨੂੰ ਤੁਸੀਂ ਆਮ ਹੀ ਪਿੰਡਾਂ 'ਚ ਕਹਿੰਦੇ ਸੁਣੇ ਹੋਵੋਗੇ ਸਾਡਾ ਤਾਂ ਇੱਕੋ ਹੀ ਆ, ਹੈ ਨਾ। ਅਤੇ ਤੁਸੀਂ ਗੁਣਰਾਜ ਦਾ ਜਦੋਂ ਵਿਆਹ ਕੀਤਾ ਨਾ, ਉਹ ਮੈਨੂੰ ਵਿਆਹ ਬੜਾ ਸੋਹਣਾ ਲੱਗਿਆ ਕਿਉਂਕਿ ਜਦੋਂ ਜਿਵੇਂ ਤੁਸੀਂ ਮੈਨੂੰ ਸੁਣਾਇਆ ਹੈ ਨਾ, ਤਾਂ ਤੁਹਾਨੂੰ ਲੱਗਦਾ ਵੀ ਇੱਦਾਂ ਦੇ ਡਿਸੀਜ਼ਨਸ ਵੀ ਹੁਣ ਸਾਨੂੰ ਲੈਣੇ ਚਾਹੀਦੇ ਆ, ਹੈ ਨਾ। ਕਿਉਂਕਿ ਉਹ ਮੈਂ ਚਾਹੁੰਦੀ ਹਾਂ ਸੱਚੀ ਵੀ ਤੁਸੀਂ ਉਹ ਵਿਆਹ ਦਾ ਤਰੀਕਾ ਸੁਣਾਵੋ ਤਾਂ ਜੋ ਸਾਨੂੰ ਪਤਾ ਲੱਗੇ ਕਿ ਵਿਆਹ ਬਹੁਤ ਪੈਸਾ ਖਰਚਣਾ ਨਹੀਂ ਹੁੰਦਾ, ਵਿਆਹ ਸੱਚੀ ਦੋਵਾਂ ਜੀਆਂ ਦਾ ਜੁੜਨਾ ਹੀ ਵਿਆਹ ਹੁੰਦਾ ਹੈ। ਐਕਚੁਅਲੀ ਇਨੀਸ਼ੀਅਲੀ ਤਾਂ ਤੁਹਾਨੂੰ ਸਮਾਜ ਦੇ ਹਿਸਾਬ ਨਾਲ ਹੀ ਕਰਨਾ ਪੈਂਦਾ ਹੈ ਵੀ ਮੈਰਿਜ ਪੈਲੇਸ ਬੁੱਕ ਕਰਾਓ, ਪਰ ਮੈਂ ਹਮੇਸ਼ਾ ਚਾਹੁੰਦਾ ਸੀ ਵੀ ਜਿਹੜਾ ਆਨੰਦ ਕਾਰਜ ਹੈ ਉਹ ਆਪਾਂ ਘਰ ਕਰੀਏ। ਪਰ ਉਹ ਕੁੜੀ ਵਾਲੇ ਕਹਿੰਦੇ ਸੀ ਵੀ ਜਿਵੇਂ ਰਿਵਾਜ ਹੁੰਦਾ ਵੀ ਉਹ ਅਰੇਂਜ ਕਰਦੇ ਨੇ, ਐਂਡ ਜਿਵੇਂ ਤੁਹਾਨੂੰ ਪਤਾ ਆਈ ਡੋਂਟ ਇੰਟਰਫੀਅਰ ਵੀ ਜੋ ਕਰਨਾ ਕਰ ਲਓ। ਪਰ ਉਧਰੋਂ ਕੋਵਿਡ ਹੋ ਗਿਆ, ਅਤੇ ਜਦੋਂ ਉਹਨਾਂ ਨੇ ਕਿਹਾ ਵੀ ਹੁਣ ਤਾਂ 15 ਬੰਦੇ ਅਲਾਊਡ ਹੈ, ਮੈਂ ਕਿਹਾ ਫਿਰ ਮੈਂ ਤਾਂ ਕਹਿੰਦਾ ਸੀ ਘਰ ਕਰ ਲਓ। ਫਿਰ ਅਸੀਂ ਸਾਡੇ ਸਵਿਮਿੰਗ ਪੂਲ ਹੈ ਉਹਦੇ ਨਾਲ ਜਗ੍ਹਾ ਹੈ, ਉੱਥੇ ਅਸੀਂ ਬਾਬਾ ਜੀ ਦਾ ਪ੍ਰਕਾਸ਼ ਕਰਕੇ ਆਪਣੀ ਪਸੰਦ ਦੇ ਰਾਗੀ ਬੁਲਾ ਕੇ, ਇਟ ਵਾਜ਼ ਬਿਊਟੀਫੁਲ। ਅਸੀਂ ਇੱਕ ਕਮਰਾ ਉਹਨਾਂ ਨੂੰ ਦੇ ਦਿੱਤਾ, ਅਸੀਂ ਆਪ ਬਾਹਰ ਚਲੇ ਗਏ। ਉੱਥੋਂ ਅਸੀਂ ਬਰਾਤ ਲੈ ਕੇ ਆਏ, ਅੱਧੇ ਰਸਤੇ 'ਚ ਅਸੀਂ ਮਿਲਣੀਆਂ ਕਰ ਲਈਆਂ। ਫਿਰ ਗੁਣਰਾਜ ਜਿਹੜਾ ਉਹ ਡੋਲੀ ਲੈ ਕੇ ਬਾਹਰ ਚਲਾ ਗਿਆ, ਫਿਰ ਦੂਜੇ ਗੇਟ ਤੋਂ ਅੰਦਰ ਆ ਗਿਆ। ਪਿੰਡ ਦੀ ਸੜਕ ਤੇ ਗੇੜਾ ਲਾ ਕੇ, ਪਿੰਡ ਦੀ ਸੜਕ ਤੇ ਗੇੜਾ ਲਾ ਕੇ ਫਿਰ ਉਹ ਵਾਪਸ ਆ ਗਿਆ। ਅਸੀਂ ਫਿਰ ਦੂਸਰੀ ਐਂਟਰੀ ਜਿਹੜੀ ਅਨਮੋਲ ਦੀ ਫੈਮਿਲੀ ਦੀ ਐਂਟਰੀ ਉਹ ਦੂਜੇ ਪਾਸੇ ਦਿੱਤੀ ਸੀ ਵੀ ਇਹ ਕੁੜੀ ਦਾ ਘਰ ਹੈ, ਤੇ ਦੂਸਰੇ ਪਾਸਿਓਂ ਅਸੀਂ ਪਾਣੀ ਵਾਰ ਲਿਆ। ਤੇ ਹੈ ਨਾ ਇੱਦਾਂ ਹੋਇਆ ਸੀ ਵੀ ਉਹ ਮੁੰਡੇ ਵਾਲੇ ਤੁਰ ਪਏ ਜਿਵੇਂ ਤੇ ਕਰ ਦਿੰਦੇ ਨਾ ਬਰਾਤ ਤੁਰ ਪਈ ਹੈ, ਛੇਤੀ ਕਰੋ। ਸਾਨੂੰ ਪਤਾ ਹੀ ਨਹੀਂ ਸੀ ਲੱਗ ਰਿਹਾ ਵੀ ਕੁੜੀ ਵਾਲੇ ਕੌਣ ਹੈ ਤੇ ਮੁੰਡੇ ਵਾਲੇ ਕੌਣ ਹੈ, ਲੱਭਣੇ ਪੈ ਰਹੇ ਸੀ। ਪਰ ਬਹੁਤ ਮਜ਼ੇਦਾਰ ਸੀ, ਮਤਲਬ ਸਾਨੂੰ ਲੱਗਾ ਵੀ ਜਿੰਨਾ ਸਿੰਪਲ ਹੋਵੇ ਉਨਾ ਜ਼ਿਆਦਾ ਵਧੀਆ। ਵੈਸੇ ਤਾਂ ਤੁਹਾਡੀਆਂ ਗੱਲਾਂ ਦੱਸਦੀਆਂ ਨੇ ਵੀ ਤੁਸੀਂ ਦੋਨੋਂ ਸੰਤੁਸ਼ਟ ਹੋ ਆਪਣੀ ਜ਼ਿੰਦਗੀ 'ਚ, ਹੈ ਨਾ। ਪਰ ਫਿਰ ਵੀ ਇੱਕ ਜਿਹੜਾ ਜੋੜਾ ਹੈ ਨਾ ਜ਼ਿੰਦਗੀ 'ਚ, ਆਪਾਂ ਇਹ ਤਾਂ ਹਮੇਸ਼ਾ ਹੀ ਕਹਿੰਦੇ ਹਾਂ ਵੀ ਤੁਸੀਂ ਆਪਣੀਆਂ ਨਾਰਾਜ਼ਗੀਆਂ ਨੂੰ ਵੀ ਭੁੱਲ ਜਾਓ ਜੇ ਤੁਹਾਨੂੰ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਕਦੇ ਵੀ ਅਲੱਗ ਨਹੀਂ ਹੋਣਾ ਚਾਹੁੰਦੇ ਜਾਂ ਅਸੀਂ ਅਲੱਗ ਰਹਿ ਨਹੀਂ ਸਕਦੇ, ਹੈ ਨਾ। ਅਤੇ ਛੋਟੀਆਂ ਛੋਟੀਆਂ ਚੀਜ਼ਾਂ ਜ਼ਿੰਦਗੀ 'ਚ ਵਾਪਰਦੀਆਂ ਹੀ ਰਹਿੰਦੀਆਂ ਨੇ, ਉਹਨਾਂ ਨੂੰ ਵੀ ਭੁੱਲ ਕੇ ਹੀ ਤੁਸੀਂ ਜਿਉ ਸਕਦੇ ਹੋ ਨਾ। ਪਰ ਮੈਨੂੰ ਲੱਗਦਾ ਤੁਹਾਡੇ ਕੋਲ ਜ਼ਿਆਦਾ ਖੂਬਸੂਰਤ ਲੈਸਨ ਆ, ਹੈ ਨਾ, ਕਿ ਇੱਕ ਜੋੜਾ ਆਪਣੀ ਜ਼ਿੰਦਗੀ ਨੂੰ ਕਿਵੇਂ ਸੋਹਣਾ ਬਣਾ ਸਕਦਾ। ਕੁੜੀ ਵੱਲੋਂ ਕੀ ਐਫਰਟਸ ਹੋਣੇ ਚਾਹੀਦੇ, ਮੁੰਡੇ ਵੱਲੋਂ ਕੀ ਹੋਣੇ ਚਾਹੀਦੇ। ਯੈਸ, ਕੌਨਸ਼ੀਅਸ ਐਫਰਟ ਵੀ ਹੁੰਦੇ ਕਈ ਵਾਰੀ, ਸਾਰਾ ਕੁਛ ਐਫਰਟਲੈਸਲੀ ਵੀ ਹੁੰਦਾ ਵੀ ਤੁਸੀਂ ਯੂ ਆਰ ਨੋਟ ਵਰਕਿੰਗ ਔਨ ਡੂਇੰਗ ਦਿਸ, ਪਰ ਆਟੋਮੈਟਿਕਲੀ ਆਈ ਮੀਨ ਹੋ ਰਿਹਾ, ਹੈ ਨਾ। ਐਕਚੁਅਲੀ ਹੁਣ ਸਾਡਾ ਨਾ ਪਾਥ ਆ ਕੇ ਇਕੱਠਾ ਹੋ ਗਿਆ। ਪਾਥ ਇਕੱਠਾ ਕੀ ਹੋ ਗਿਆ ਵੀ ਹੁਣ ਜਿਹੜੇ ਸਾਈਕੋਲੋਜੀਕਲ
ਡਰਾਮਾ ਨੇ ਲਾਈਫ ਦੇ, ਉਹਦੇ ਤੋਂ ਫ੍ਰੀ ਹੋਣਾ, ਉਹ ਨਿਕਲ ਗਏ। ਹਾਂ, ਉਹ ਤੋਂ ਫ੍ਰੀ ਹੋਣਾ, ਜਿੰਨੇ ਕੁ ਡਰਾਮੇ ਬਚੇ ਨੇ ਉਹਨਾਂ ਤੋਂ ਵੀ ਫ੍ਰੀ ਹੋਣਾ। ਸੋ ਉਹਦੇ 'ਚ ਜੇ ਕੋਈ ਵੀ ਸਮਝ ਲਓ ਨੂੰ ਸੈਂਟਰ ਤੇ ਪ੍ਰੋਬਲਮ ਆਈ ਐਂਡ ਸ਼ੀ ਗੈਟਸ ਡਿਸਟਰਬਡ, ਤੇ ਆਈ ਡੂ ਦਾ ਸਾਈਕੋਲੋਜੀਕਲ ਪਾਰਟ ਵੀ ਇੱਥੇ ਇੰਨਾ ਕੀ ਡਿਸਟਰਬ ਹੋਣਾ ਬੰਦਾ, ਇਸ ਤੋਂ ਵੱਧ ਨਹੀਂ, ਹੈ ਨਾ। ਤਾਂ ਸੇਮ ਵੇ ਕਿਤੇ ਮੈਂ ਇਹਨੂੰ ਲੱਗੇ ਵੀ ਮੈਨੂੰ ਇਹ ਨਹੀਂ ਕਰਨਾ ਚਾਹੀਦਾ, ਸ਼ੀ ਵਿਲ ਸੇ ਕਿ ਨਹੀਂ ਇਹਦੇ ਨਾਲ ਤੁਹਾਨੂੰ ਡਿਸਟਰਬੈਂਸ ਹੋਏਗੀ, ਇਹਨੂੰ ਰਹਿਣ ਦਿਓ। ਸੋ ਵੀ ਆਰ ਔਨ ਦਾ ਸੇਮ ਪਾਥ। ਅਸੀਂ ਚਾਹੁੰਦੇ ਹਾਂ ਵੀ ਐਜ਼ ਅਰਲੀ ਐਜ਼ ਪੋਸੀਬਲ ਜਿਵੇਂ ਮੁਕਤ ਹੋ ਜਾਈਏ। ਮੁਕਤ ਮਤਲਬ ਸਾਈਕੋਲੋਜੀਕਲ ਡਰਾਮੇ ਤੋਂ ਮੁਕਤ ਹੋ ਜਾਈਏ। ਦੁਨੀਆ ਤਾਂ ਜੀਣੀ ਹੈ, ਦੁਨੀਆ ਜੀਣ ਦਾ ਮਜ਼ਾ ਹੋਰ ਜ਼ਿਆਦਾ ਆਊਗਾ ਜਦੋਂ ਕੋਈ ਤੁਹਾਡੇ ਮਨ 'ਚ ਕੋਈ ਨਾ ਚਿੰਤਾ ਹੈ, ਨਾ ਕੋਈ ਘਬਰਾਹਟ ਹੈ, ਨਾ ਉਦਾਸੀ ਹੈ, ਨਾ ਐਂਗਰ ਹੈ, ਨਾ ਜੈਲਸੀ ਹੈ। ਮੈਨੂੰ ਲੱਗਦਾ ਬਹੁਤ ਖੂਬਸੂਰਤ ਹੋਏਗਾ, ਪਹਿਲੇ ਹੀ ਬਹੁਤ ਖੂਬਸੂਰਤ ਹੈ, ਅਤੇ ਪਰਮਾਤਮਾ ਦੀ ਬੜੀ ਮਿਹਰ ਹੈ। ਉਹ ਕਹਿੰਦੇ ਨੇ ਜਿਸੇ ਜਗਾਵੇ ਪਿਆਵੇ ਇਹ ਰਸ, ਅਕੱਤ ਕਥਾ ਤਿੰਨ ਜਾਨੀ। ਮੈਨੂੰ ਲੱਗਦਾ ਸਾਨੂੰ ਉਹਨੇ ਨੇ ਜਗਾਤਾ, ਥੋੜ੍ਹਾ ਜਿਹਾ ਰਸ ਪਲਾ ਵੀ ਦਿੱਤਾ, ਹੁਣ ਅਕੱਤ ਕਥਾ ਵੀ ਜਾਣ ਹੀ ਜਾਵਾਂਗੇ। ਆਈ ਥਿੰਕ ਡੈਸਟੀਨੇਸ਼ਨ ਕੋਈ ਨਹੀਂ ਹੈ, ਆਈ ਮੀਨ ਜਰਨੀ ਇਟਸੈਲਫ ਹੀ ਡੈਸਟੀਨੇਸ਼ਨ ਹੈ, ਅਤੇ ਉਹ ਬੜਾ ਮਜ਼ਾ ਆਉਂਦਾ ਹੈ ਨਾ। ਕਿਤੇ ਪਹੁੰਚਣਾ ਨਹੀਂ ਹੈ, ਮਤਲਬ ਹਰ ਪਲ ਹੀ ਵਧੀਆ, ਕੋਈ ਭੱਜ ਦੌੜ ਨਹੀਂ ਹੈ, ਮਤਲਬ ਆ ਨਹੀਂ ਅਚੀਵ ਕਰਨਾ, ਬਟ ਜਿੱਥੇ ਆ ਜੋ ਕਰ ਰਹੇ ਆ ਉਹ 100% ਕਰਨਾ, ਉਸ ਵੇਲੇ 100% ਕਰਨਾ, ਹੈ ਨਾ। ਉਸ ਤੋਂ ਬਾਅਦ ਆਈ ਵੁੱਡ ਸੇ ਅਟੈਚਮੈਂਟ ਹੈ ਹਰ ਇੱਕ ਚੀਜ਼ ਨਾਲ, ਬੱਚੇ ਨਾਲ, ਫੈਮਲੀ ਐਂਡ ਰਿਲੇਸ਼ਨਸ ਐਂਡ ਘਰ-ਬਾਰ ਜੋ ਬਣਾਇਆ, ਹੈ ਨਾ। ਅਤੇ ਬਟ ਵਿਦ ਡਿਟੈਚਮੈਂਟ, ਇਹ ਨਹੀਂ ਹੈ ਵੀ ਉਹ ਤੁਹਾਨੂੰ ਉਹ ਅਟੈਚਮੈਂਟ ਸੀ ਤੁਹਾਨੂੰ ਪਕੜ ਕੇ ਬੈਠ ਗਈਆਂ, ਹੈ ਨਾ। ਮਤਲਬ ਦੁੱਖਾਂ ਨਾਲ ਨਾ ਆਪਣੇ ਆਪ ਨੂੰ ਆਇਡੈਂਟੀਫਾਈ ਕਰੋ, ਸੁੱਖ ਨਾਲ ਆਇਡੈਂਟੀਫਾਈ ਕਰੋ। ਮੈਂ ਐਵੇਂ ਐਗਜ਼ਾਮਪਲ ਸੁਣਾਉਂਦਾ ਵੀ ਮੇਰੇ ਕਿੱਥੇ ਹਰਨੀਆ ਸੀ, ਉਹ ਸਡਨਲੀ ਸਟਕ ਹੋ ਗਿਆ, ਅਤੇ ਮੈਂ ਇੱਥੋਂ ਕਾਰ ਇਹ ਗਈ ਸੀ ਜੋਬ 'ਤੇ, ਮੈਂ ਕਿਹਾ ਉੱਥੋਂ 1.5 ਲੱਖ ਰੁਪਇਆ ਲੈ ਕੇ ਅਤੇ ਆ ਜਾ। ਕਹਿੰਦੀ ਕਿੱਥੇ ਜਾਣਾ? ਮੈਂ ਕਿਹਾ ਮੈਂ ਸ਼ਾਇਦ ਓਪਰੇਸ਼ਨ ਕਰਾਉਣਾ ਪੈਣਾ, ਹੈ ਨਾ। ਅਤੇ ਅਸੀਂ ਜਾ ਕੇ ਓਪਰੇਸ਼ਨ ਕਰਾਇਆ, ਅਗਲੇ ਦਿਨ 2 ਦਿਨ ਬਾਅਦ ਵਾਪਸ ਆ ਗਏ, ਤੀਜੇ ਦਿਨ ਮੈਂ ਕੰਮ 'ਤੇ ਚਲਾ ਗਿਆ। ਉੱਥੇ ਬੰਦਾ ਹਾਲ ਪੁੱਛਣ ਆਇਆ, ਤੁਹਾਡਾ ਓਪਰੇਸ਼ਨ ਹੋਇਆ ਜੀ? ਮੈਂ ਕਿਹਾ ਮੈਂ ਤੁਹਾਨੂੰ ਦੱਸਿਆ? ਕਹਿੰਦਾ ਨਹੀਂ। ਮੈਂ ਕਿਹਾ ਫਿਰ ਪੁੱਛ ਕਿਉਂ ਰਿਹਾ? ਮਤਲਬ ਜੋ ਜ਼ਰੂਰਤ ਸੀ ਕਰਨ ਦੀ ਉਹ ਕਰ ਲਈ। ਮੈਂ ਕਿਹਾ ਜ਼ਰੂਰਤ ਸੀ, ਮੈਂ ਕਰਾ ਲਿਆ। ਮੈਂ ਕਿਹਾ ਹੁਣ ਤੂੰ ਕੀ ਮੇਰੇ ਨਾਲ ਸਿੰਪਥੀ ਕਰਨ ਆਇਆ, ਹੈ ਨਾ। ਆਈ ਐਮ ਕੰਫਰਟੇਬਲ, ਮੈਂ ਤਾਂ ਕੰਮ ਕਰ ਰਿਹਾ। ਨਹੀਂ, ਪਰ ਉਹ ਕਈ ਵਾਰੀ ਵਿਚਾਰਿਆਂ ਦਾ ਵਾਹ ਹੀ ਇਹੋ ਜਿਹੇ ਲੋਕਾਂ ਨੂੰ ਪਿਆ ਹੁੰਦਾ ਵੀ ਜਿਹੜੇ ਕਹਿੰਦੇ ਤੂੰ ਮੈਨੂੰ ਪੁੱਛਿਆ ਹੀ ਨਹੀਂ, ਮੈਂ ਤਾਂ ਡਿੱਗ ਗਿਆ ਸੀ। ਮੈਨੂੰ ਲੱਗਦਾ ਵੀ ਜਿਹੜਾ ਵੀ ਕੋਈ ਫਿਜ਼ੀਕਲ ਤੁਹਾਨੂੰ ਪ੍ਰੋਬਲਮ ਆਈ ਹੈ, ਉਹਦੇ ਨਾਲ ਕਿਉਂ ਆਇਡੈਂਟੀਫਾਈ ਕਰਨਾ? ਉਹਨੂੰ ਪ੍ਰੋਬਲਮ ਆਈ ਹੈ, ਉਹਨੂੰ ਹੱਲ ਕਰੋ, ਖ਼ਤਮ ਕਰੋ, ਹੈ ਨਾ। ਵਾਈ ਆਇਡੈਂਟੀਫਾਈ ਵਿਦ। ਉੱਦਾਂ ਤਾਂ ਤੁਸੀਂ ਦੱਸਿਆ ਵੀ ਮੈਮ, ਹੈ ਨਾ, ਕਦੀ ਵੀ ਨਾਰਾਜ਼ਗੀ ਆਪਣੀ ਬੋਲ ਕੇ ਨਹੀਂ ਦੱਸਦੇ, ਪਰ ਮੈਮ ਤੁਸੀਂ ਫਿਰ ਚੁੱਪ ਕਿਹੜੀਆਂ ਗੱਲਾਂ 'ਤੇ ਹੁੰਦੇ ਹੋ? ਮਤਲਬ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ ਤੁਹਾਨੂੰ ਕਹਿੰਦੇ ਵੀ ਪਨੀਤ ਹੁਣ ਮਤਲਬ ਚੁੱਪ ਹੋਣਾ ਬਣਦਾ, ਮਾਫ਼ੀ ਮੰਗਾਉਣੀ ਬਣਦੀ ਹੈ? ਮਾਫ਼ੀ ਤਾਂ ਨਹੀਂ, ਉਹ ਵੀ ਸਾਡਾ ਇੱਕ ਟਸ਼ਨ ਹੈ ਲਾਈਫ 'ਚ ਥੋੜ੍ਹਾ ਜਿਹਾ। ਹਾਂ, ਉਹ ਥੋੜ੍ਹਾ ਉਹਨੂੰ ਮਸਾਲਾ ਦੇਣ ਵਾਸਤੇ। ਮੈਂ ਤੁਹਾਨੂੰ ਦੱਸਿਆ ਵੀ ਕਿਉਂਕਿ ਅਸੀਂ ਦੋਨੋਂ ਹੀ ਰਹਿੰਦੇ ਹਾਂ ਇਸ ਘਰ 'ਚ, ਅਤੇ ਕਈ ਵਾਰੀ ਮੈਂ ਲੇਟ ਹੋ ਗਿਆ, ਇਹਦਾ ਕੋਈ ਮਨ ਹੈ ਵੀ ਆਪਾਂ ਨੂੰ ਸ਼ਾਮ ਨੂੰ ਉੱਥੇ ਜਾਣਾ ਸੀ, ਮੈਂ ਨਹੀਂ ਆ ਪਾਉਂਦਾ। ਉਹ ਨਾਟ ਦੈਟ ਸ਼ੀ ਵਾਂਟਸ ਟੂ ਡੂ ਇਟ, ਪਰ ਕਈ ਵਾਰੀ ਅੰਦਰੋਂ ਉਦਾਸੀ ਜੀ ਆ ਜਾਂਦੀ ਹੈ ਨਾ। ਫਿਰ ਮੈਂ ਅੱਗਿਓਂ ਆ ਕੇ ਕਈ ਵਾਰੀ ਕਹਿੰਦਾ ਮੈਂ ਤਾਂ ਗੇਮ ਲਾਉਣ ਜਾਣਾ, ਹੈ ਨਾ। ਫਿਰ ਇਹਨੂੰ ਲੱਗਦਾ ਹੁੰਦਾ ਵੀ ਮੈਂ ਘਰ ਰਵਾਂ, ਮੈਨੂੰ ਲੱਗਦਾ ਹੁੰਦਾ ਵੀ ਉੱਥੇ 3 ਬੰਦੇ ਨੇ, ਮੈਂ ਨਹੀਂ ਗਿਆ, ਉਹ 3 ਵੀ ਖਰਾਬ ਹੋਣਗੇ। ਫਿਰ ਮੈਂ ਕਹਿੰਦਾ ਵੀ ਮੈਂ ਗੇਮ ਲਾ ਨਾ, ਆ ਕੇ ਮਾਫੀ ਮੰਗੂਗਾ। ਤੇ ਇਹ ਪਤਾ ਹੈ ਈਜ਼ੀ ਟਾਰਗੇਟ ਹੈ ਵੀ ਛੇਤੀ ਮੰਨ ਜਾਊਗੀ। ਹਾਂ, ਵੀ ਇਹ ਛੇਤੀ ਮੰਨ ਜਾਏਗੀ। ਤੁਸੀਂ ਦੇਖੋ ਉਹਨਾਂ ਨੂੰ ਇੰਨਾ ਕੁ ਤਾਂ ਹੈ ਵੀ ਛੇਤੀ ਮੰਨਣ ਵਾਲਾ ਬੰਦਾ, ਤੇ ਤੁਹਾਨੂੰ ਦੇਖੋ ਜਿਹਨੂੰ ਮਨਾਉਣਾ ਹੀ ਨਹੀਂ ਪੈਂਦਾ ਤੁਹਾਨੂੰ, ਬਿਲਕੁਲ ਤੁਹਾਡੇ ਕੋਲ ਉਸ ਤੋਂ ਵੀ ਈਜ਼ੀ ਹੈ। ਉਹ ਰੁੱਸਦਾ ਹੀ ਨਹੀਂ। ਇਹਨੇ ਕਈ ਵਾਰੀ ਕਿਹਾ ਮੈਨੂੰ, ਕਹਿੰਦੀ ਤੂੰ ਨਾਰਾਜ਼ ਕਿਉਂ ਨਹੀਂ ਹੁੰਦਾ ਮੇਰੇ ਤੋਂ? ਮੈਂ ਕਿਹਾ ਹੁਣ ਇਹ ਵੀ ਬਿਮਾਰੀ ਹੈ ਕੋਈ। ਮੈਂ ਨਾ ਕਈ ਵਾਰੀ ਘਰੇ ਆਪਣੇ ਹਸਬੈਂਡ ਨੂੰ ਕਹਿੰਦੀ ਹੁੰਦੀ ਹਾਂ ਵੀ ਤੁਸੀਂ ਮੇਰੇ ਤੋਂ ਡਰਦੇ ਕਿਉਂ ਨਹੀਂ? ਲੋਕ ਇੰਨਾ ਡਰਦੇ ਨੇ ਆਪਣੀਆਂ ਘਰ ਵਾਲੀਆਂ ਤੋਂ, ਤਾਂ ਉਹਨਾਂ ਅੱਗੋਂ ਹੱਸ ਦੇਣਗੇ ਨਾ, ਉਹਨਾਂ ਨੂੰ ਹਾਸਾ ਆ ਜਾਂਦਾ।
ਤੇ ਮੈਂ ਕਹੂੰਗੀ ਇਹ 'ਚ ਹੱਸਣ ਵਾਲੀ ਕਿਹੜੀ ਗੱਲ, ਉਹ ਕਹਿਣਗੇ ਵੀ ਤੂੰ ਕਿਹੋ ਜਿਹੀਆਂ ਬੇਵਕੂਫ ਵਾਲੀਆਂ ਗੱਲਾਂ ਕਰਦੀ ਹੈ ਨਾ, ਵੀ ਡਰਨ ਨਾਲੋਂ ਮਤਲਬ ਖੁਸ਼ ਰਹਿਣਾ ਜ਼ਿਆਦਾ ਜ਼ਰੂਰੀ ਹੈ ਇੱਕ ਦੂਜੇ ਨਾਲ, ਹੈ ਨਾ। ਡਰਨਾ ਨਹੀਂ ਹੁੰਦਾ, ਆਪਾਂ ਉਹਨੂੰ ਇਸ ਰਿਸ਼ਤੇ 'ਚ ਰਿਸਪੈਕਟ ਕਹਿੰਦੇ ਆ ਬਈ ਆਈ ਰਿਸਪੈਕਟ ਯੂਅਰ ਫੀਲਿੰਗਸ, ਯੂ ਰਿਸਪੈਕਟ ਮਾਈਨ। ਇੰਨਾ ਤਾਂ ਕੋਈ ਰਿਸ਼ਤੇ ਨੂੰ ਸਵੀਟ ਬਣਾਉਣ ਲਈ ਇੰਨਾ ਤਾਂ ਚਾਹੀਦਾ ਹੈ ਕਿ ਵੀ ਆਰ ਬੇਸਿਕਲੀ ਇਮੋਸ਼ਨਲ ਬੀਇੰਗਸ। ਜੇ ਅਸੀਂ ਇੱਕ ਦੂਜੇ ਦੀ ਇਮੋਸ਼ਨਸ ਦਾ ਧਿਆਨ ਨਹੀਂ ਰੱਖਾਂਗੇ ਤਾਂ ਫਿਰ ਕੌਣ ਰੱਖੂਗਾ? ਉਹ ਤਾਂ ਰੱਖਣਾ ਹੀ ਪੈਂਦਾ। ਆਪਾਂ ਇਹ ਨਹੀਂ ਕਹਿ ਸਕਦੇ ਵੀ ਤੂੰ ਦੁਖੀ ਹੋ ਸੁਖੀ ਹੋ ਮੈਨੂੰ ਕੋਈ ਪਰਵਾਹ ਨਹੀਂ, ਫਿਰ ਤਾਂ ਰਿਸ਼ਤਾ ਹੀ ਨਹੀਂ ਹੈ ਨਾ। ਜੇ ਕੋਈ ਦੁਖੀ ਹੈ ਤਾਂ ਤੁਸੀਂ ਉਹਦੇ ਨਾਲ ਖੜਨਾ ਹੈ ਵੀ ਜੇ ਇਹਦੇ 'ਚ ਮੈਂ ਕੁਛ ਕਰ ਸਕਦਾ ਆਪਾਂ ਕਰੀਏ। ਜੇ ਤੁਹਾਨੂੰ ਕੋਈ ਐਂਗਜ਼ਾਈਟੀ ਆ ਗਈ ਤੇ ਉਹ ਤੁਹਾਨੂੰ ਅੱਛਾ ਕੀ ਪ੍ਰੋਬਲਮ ਆਈ ਹੈ, ਕਿੱਦਾਂ ਆਈ ਹੈ, ਕਿੱਦਾਂ ਸੋਲਵ ਕਰਨੀ ਹੈ ਨਾ। ਜ਼ਿੰਦਗੀ 'ਚ ਕੋਈ ਇਹੋ ਜਿਹਾ ਪਲ ਆਇਆ ਜਿੱਥੇ ਲੱਗਿਆ ਵੀ ਜੇ ਮਤਲਬ ਆਪਾਂ ਦੋਵੇਂ ਇਕੱਠੇ ਨਾ ਹੁੰਦੇ ਤਾਂ ਸ਼ਾਇਦ ਆਪਾਂ ਹੈਂਡਲ ਨਾ ਕਰ ਸਕਦੇ, ਹੈ ਨਾ? ਜਦ ਤੁਹਾਨੂੰ ਲੱਗਿਆ ਕਿ ਇਹੀ ਸਿਰਫ ਮੇਰੇ ਨਾਲ ਨੇ ਜਿੰਨਾ ਕਰਕੇ ਚੀਜ਼ ਹੈ ਜਿਹੜੀ ਉਹ ਸੌਖੀ ਲੰਘ ਗਈ? ਆਈ ਥਿੰਕ ਹਰ ਪਲ ਇਹੋ ਜਿਹਾ ਹੁੰਦਾ ਵੀ ਜਿਹੜਾ ਮਤਲਬ ਤੁਹਾਨੂੰ ਇੱਕ ਦੂਸਰੇ ਦੀ ਬਹੁਤ ਸਪੋਰਟ, ਤੇ ਚਾਹੇ ਉਹ ਬੋਲ ਕੇ ਨਾ ਦੱਸੀ ਜਾਏ ਬਟ ਯੈਸ ਹਰ ਚੀਜ਼ ਦੇ ਵਿੱਚ, ਚਾਹੇ ਉਹ ਜੇ ਮੈਂ ਪ੍ਰੋਫੈਸ਼ਨਲੀ ਗੱਲ ਕਰਾਂ ਤੇ ਚਾਹੇ ਜੌਬ ਛੱਡਣ ਦੀ ਸੀ, ਆਈ ਨਿਊ ਵੀ ਇਹ ਫੈਸਲੇ ਦੇ ਵਿੱਚ ਸਾਨੂੰ ਦੋਨਾਂ ਨੂੰ ਮਤਲਬ ਹੈ ਨਾ। ਤੇ ਫਿਰ ਜੇ ਇੰਸਟੀਚਿਊਟ ਖੋਲ੍ਹਣਾ ਸੀ ਦੈਟ ਵਾਜ਼ ਅਗੇਨ ਅ ਵੈਰੀ ਬਿਗ ਸਟੈਪ, ਹੈ ਨਾ। ਤੇ ਯੈਸ ਹਰ ਪਲ ਦੇ ਵਿੱਚ ਤੁਹਾਨੂੰ ਲੋੜ ਹੁੰਦੀ, ਈਵਨ ਛੋਟੀਆਂ ਛੋਟੀਆਂ ਗੱਲਾਂ ਦੇ ਵਿੱਚ ਹੀ ਇਹ ਲੱਗਦਾ ਵੀ ਹਾਂ ਇਹ ਇਕੱਠੇ ਅਸੀਂ ਸਾਰਾ ਕੁਛ ਤਾਂ ਸੋਲਵ ਕਰ ਪਾਏ, ਇਹ ਤਾਂ ਪ੍ਰੋਬਲਮਸ ਨੂੰ ਆਊਟਕਮ ਕਰ ਪਾਏ ਕਿਉਂਕਿ ਅਸੀਂ ਇਕੱਠੇ ਸੀ। ਡੈਫੀਨੇਟਲੀ ਅਸੀਂ ਮਤਲਬ ਇਕੱਠੇ ਇਹ ਚੀਜ਼ਾਂ ਨੂੰ ਬੈਟਰ ਜੋ ਵੀ ਲਾਈਫ ਨੂੰ ਅਸੀਂ ਲੀਡ ਕੀਤਾ ਤੇ ਇਕੱਠੇ ਹੀ ਹਰ ਚੀਜ਼ ਨੂੰ। ਹੁਣ ਜਿਵੇਂ ਮੈਨੂੰ ਕੋਈ ਪ੍ਰੋਫੈਸ਼ਨਲ ਪ੍ਰੋਬਲਮ ਆਉਂਦੀ ਹੈ, ਕੋਈ ਕਿਸੇ ਡਿਪਾਰਟਮੈਂਟ ਤੋਂ ਪ੍ਰੋਬਲਮ ਆਉਂਦੀ ਹੈ, ਇਹਨੂੰ ਇਹ ਪਤਾ ਹੁੰਦਾ ਹੈ ਵੀ ਮੈਂ ਹੁਣ ਕੁਛ ਕਹਿਣਾ ਨਹੀਂ ਇਹਨੂੰ ਕਿਉਂਕਿ ਇਹ ਸੋਲਵ ਕਰਨ 'ਤੇ ਲੱਗਿਆ ਹੈ। ਸੋ ਇਹਦੀ ਇਹੀ ਕੋਆਪਰੇਸ਼ਨ ਹੈ ਵੀ ਜੇ ਮੈਂ ਐਂਗਜ਼ਾਈਟੀ 'ਚ ਹਾਂ ਜਾਂ ਮੈਂ ਕੁਛ ਕਰ ਰਿਹਾ, ਸ਼ੀ ਵਿਲ ਕੀਪ ਮਮ, ਅਤੇ ਜਦੋਂ ਸੋਲਵ ਹੋ ਜਾਏਗੀ ਮੈਂ ਕਹੂੰਗਾ ਸੋਲਵ ਹੋ ਗਈ। ਅਨਨੈਸੈਸਰੀ ਮੈਨੂੰ ਲੱਗਦਾ ਵਿਚਾਲੇ ਇਹਨੂੰ ਪਤਾ ਹੈ ਵੀ ਮੈਂ ਇਹਦੇ 'ਚ ਕੁਛ ਕਰ ਨਹੀਂ ਸਕਦੀ, ਸੋਲਵ ਇਹ ਨਹੀਂ ਕਰਨੀ ਹੈ, ਮੈਂ ਉਹਨੂੰ ਇੰਟਰਫੇਅਰ ਨਾ ਕਰਾਂ, ਮਤਲਬ ਪੀਸ ਆਫ ਮਾਈਂਡ ਮੈਂ ਦੇ ਦਾਂ। ਹਾਂ, ਮੈਂ ਨਾ ਕਹਾਂ ਤੁਸੀਂ ਸਾਰਾ ਦਿਨ ਇਹੀ ਕਰੀ ਜਾਂਦੇ ਹੋ, ਤੁਸੀਂ ਇੱਦਾਂ ਹੀ ਕਰੀ ਜਾਂਦੇ ਹੋ। ਹੁਣ ਇਹਨੂੰ ਪਤਾ ਹੈ ਵੀ ਇਹ ਹੁਣ ਕੁਛ ਪ੍ਰੋਬਲਮ ਸੋਲਵ ਕਰ ਰਿਹਾ, ਹੁਣ ਆਈ ਸ਼ੁੱਡ ਨਾਟ ਇੰਟਰਫੇਅਰ। ਅਤੇ ਮੈਂ ਸਿਰਫ ਇਹੀ ਕਹੂੰਗਾ ਵੀ ਮੈਂ ਚੱਲਾ, ਮੈਂ ਉੱਥੇ ਜਾ ਰਿਹਾ, ਮੈਂ ਉਹਨੂੰ ਮਿਲਣ ਜਾ ਰਿਹਾ, ਉਹਨੂੰ ਮਿਲਣ ਜਾ ਰਿਹਾ, ਅਤੇ ਸ਼ੀ ਵਿਲ ਕੀਪ ਮਮ। ਅਤੇ ਫਿਰ ਮੈਂ ਕਹੂੰਗਾ ਹੁਣ ਪ੍ਰੋਬਲਮ ਸੋਲਵ ਹੋ ਗਈ, ਚੱਲ ਆਪ ਚੱਲੀਏ ਕੁਝ ਖਾਣ ਜਾਂ ਮੋਰ ਦੇਖਣ ਚੱਲ ਜਾਈਦਾ। ਪਰ ਉਦੋਂ ਹੁੰਦਾ ਵੀ ਹੁਣ ਮੋਰ ਦੇਖਣ ਨਹੀਂ ਕਹਿਣਾ, ਹੁਣ ਮਤਲਬ ਨਹੀਂ ਸੱਚੀ ਮਤਲਬ ਤੁਸੀਂ, ਮੈਨੂੰ ਐਂ ਲੱਗਦਾ ਵੀ ਇਸ ਰਿਸ਼ਤੇ 'ਚ ਨਾ ਇੱਕ ਭਗਤੀ ਹੀ ਕਰ ਰਹੇ ਹੋ, ਹੈ ਨਾ, ਵੀ ਇੱਕ ਦੂਜੇ ਦੇ ਮਿਜਾਜ ਨੂੰ ਸਮਝ ਲੈਣਾ, ਇੱਕ ਦੂਜੇ ਦੇ ਕਿਸੇ ਚਿੰਤਾ ਨੂੰ ਵੀ ਸਮਝ ਲੈਣਾ, ਫਿਰ ਇੱਕ ਦੂਜੇ ਨੂੰ ਇਹ ਨਹੀਂ ਕਹਿਣਾ ਕਿ ਮੈਨੂੰ ਸਮਾਂ ਚਾਹੀਦਾ, ਹਾਂ ਇੱਕ ਦੂਜੇ ਨੂੰ ਇੱਕ ਦੂਜੇ ਦਾ ਸਮਾਂ ਦਿੰਦੇ ਰਹਿਣਾ, ਹੈ ਨਾ। ਤੇ ਨੈਚੁਰਲ ਹੈ, ਉਹ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ। ਅਤੇ ਜਿਵੇਂ ਤੁਸੀਂ ਪ੍ਰੋਬਲਮ ਦੀ ਗੱਲ ਕਰਦੇ ਸੀ, ਜੇ ਮੈਨੂੰ ਕੋਈ ਪੁੱਛੇ ਤੈਨੂੰ ਪ੍ਰੋਬਲਮ ਆਈ, ਮੈਨੂੰ ਲੱਗਦਾ ਹੀ ਨਹੀਂ ਕੋਈ ਪ੍ਰੋਬਲਮ ਆਈ ਹੈ, ਕਿਉਂਕਿ ਜਿਹੜੀ ਚੀਜ਼ ਸੋਲਵ ਹੋ ਗਈ ਉਹਦੇ 'ਤੇ ਮੈਂ ਡਵੈਲ ਹੀ ਨਹੀਂ ਕਰਦਾ। ਅਤੇ ਮੈਨੂੰ ਕੋਈ ਕਵੇ ਪ੍ਰੋਬਲਮ ਆਈ ਅਤੇ ਮੈਨੂੰ ਸੋਚਣਾ ਪਊਗਾ ਵੀ ਅੱਛਾ ਪ੍ਰੋਬਲਮ ਸੀ, ਕਿਉਂਕਿ ਜਿਹੜੀ ਸੋਲਵ ਹੋ ਗਈ ਉਹ ਤਾਂ ਪ੍ਰੋਬਲਮ ਰਹੀ ਨਹੀਂ। ਬਿਲਕੁਲ, ਮਤਲਬ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਤਕਲੀਫ ਆਈ ਸੀ। ਨੋ ਡਾਊਟ, ਜਿੱਦਾਂ ਅਸੀਂ ਕਿਹਾ ਵੀ ਲਾਸਟ 3 ਪੇਰੈਂਟਸ, ਹੈ ਨਾ, ਮਤਲਬ ਇਹਨਾਂ ਦੇ ਫਾਦਰ, ਮੇਰੇ ਦੋਨੋਂ ਪੇਰੈਂਟਸ, ਆਈ ਮੀਨ ਅਸੀਂ ਉਹਨਾਂ ਨੂੰ ਵੀ ਬੜੀ ਗ੍ਰੇਸਫੁਲੀ, ਜਿਵੇਂ ਮੇਰੀ ਮਦਰ ਇਨ ਲਾ, ਇਹਦੇ ਮਦਰ ਬਹੁਤ ਜ਼ਿਆਦਾ ਅਟੈਚ ਸੀ ਉਹਨਾਂ ਨਾਲ, ਅਤੇ ਉਹ ਵਿਚਾਰੇ ਹੀ ਵਾਜ਼ ਸੱਚ ਏ ਡਾਇਨਾਮਿਕ ਪਰਸਨ, ਪਰ 3 ਸਾਲ ਪੂਰੇ ਬੈੱਡ ਰਿਡਨ ਰਹੇ। ਮੇਰੇ ਫਾਦਰ ਹੈ ਨਾ। ਪਰ ਜਦੋਂ ਵੀ ਟਰਾਈਡ ਐਵਰੀਥਿੰਗ ਵੀ ਕੁਡ ਡੂ, ਬਟ ਜਦੋਂ ਡੈਥ ਹੋਈ ਅਤੇ ਅਸੀਂ ਵੀ ਵਰ ਆਲ ਕਾਮ। ਆਈ ਮੀਨ ਇਹੀ ਪ੍ਰੋਬਲਮਸ ਹੁੰਦੀਆਂ ਵੀ ਲੂਜ਼ਿੰਗ ਸਮਵਨ ਵੈਰੀ, ਆਈ ਮੀਨ ਪੇਰੈਂਟਸ ਤੋਂ ਉੱਪਰ ਜਾਂ ਆਪਣੇ ਰਿਲੇਸ਼ਨਸ ਤੋਂ ਉੱਪਰ ਕੋਈ ਨਹੀਂ, ਪਰ ਹਾਊ ਯੂ ਡੀਲ ਵਿਦ ਦੈਮ, ਆਈ ਮੀਨ ਲੌਸਿਸ ਕੋਈ ਹੋਏ ਜਾਂ ਹੈ ਨਾ ਕੋਈ ਕੁਛ ਵੀ ਇੱਦਾਂ ਦੀ, ਹੈ ਨਾ। ਅਗੇਨ ਜਿੱਦਾਂ ਡਾਕਟਰ ਸਾਹਿਬ ਕਹਿੰਦੇ ਆ ਵੀ ਸੋਲਵ ਹੋ ਗਈ ਤਾਂ ਐਂ ਲੱਗਦਾ ਬਿਕੋਜ਼ ਵੀ ਆਰ ਨੋਟ ਲਿਵਿੰਗ ਇਨ ਦਾ ਪਾਸਟ, ਅਸੀਂ ਪ੍ਰੈਜ਼ੈਂਟ 'ਚ ਹਾਂ, ਨਾ ਅਸੀਂ ਫਿਊਚਰ 'ਚ ਸੋਚ ਰਹੇ ਹਾਂ ਵੀ ਆਹ ਨਾ ਹੋ ਜਾਏ, ਹੈ ਨਾ। ਸੋ ਦੈਟ ਵੇ ਇੱਦਾਂ ਨਹੀਂ ਲੱਗਦਾ ਵੀ ਜੋ ਵੀ ਪ੍ਰੋਬਲਮਸ ਆਈਆਂ ਬੜੀ ਗ੍ਰੇਸਫੁਲੀ। ਬੀ ਕੰਫਰਟੇਬਲ ਵਿਦ ਵਾਟ ਐਵਰ ਇਜ਼ ਨਾਓ।
ਬਿਲਕੁਲ, ਚਾਹੇ ਸਕੂਟਰ ਤੇ ਹੋ ਚਾਹੇ ਕਾਰ ਤੇ ਹੋ, ਕਾਰ ਤੇ ਹੋ ਚਾਹੇ ਪੈਦਲ ਹੋ ਮੈਨੂੰ ਤਾਂ ਕਾਰਾਂ ਦੀ ਪਹਿਚਾਨ ਵੀ ਨਹੀਂ ਹੈ ਵੀ ਕਿਹੜੀ ਕਾਰ ਹੈ ਸਾਡੇ ਕੋਲ। ਮੈਨੂੰ ਤਾਂ ਰੰਗਾਂ ਦੀ ਪਹਿਚਾਨ ਹੈ ਵੀ ਆਹ ਵਾਈਟ ਕਲਰ ਦੀ ਆਪਣੀ ਵੀ ਹੋਣੀ ਹੈ। ਜਾ ਕੇ ਦੂਜੇ ਦੀ ਕਾਰਾਂ 'ਚ ਵੀ ਬਹਿ ਜਾਂਦੀ ਹੈ। ਇੱਕ ਵਾਰੀ ਮੈਨੂੰ ਕੋਈ ਨਹੀਂ ਇਹ ਹੱਸਦੇ ਹੁੰਦੇ ਆ ਵੀ ਕੀ ਫਾਇਦਾ ਵੀ ਆਪਣੇ ਕੋਲ ਸੇ ਕੋਈ BMW ਹੈਗੀ ਆ ਜਾਂ ਇਕੋ ਸਪੋਰਟ ਤੇ ਤੂੰ ਬੈਠੀ ਆ, ਜਾਂ ਕਿਉਂਕਿ ਮੈਨੂੰ ਨਹੀਂ ਪਹਿਚਾਨ। ਵਾਈਟ ਹੈ, ਇਕੋ ਸਪੋਰਟ ਵੀ ਵਾਈਟ ਹੈ, BMW ਵੀ, ਹਾਂ ਵੋਲਵੋ ਵੀ ਵਾਈਟ ਹੈ ਹੈਨਾ। ਤੇ ਇਹਨੂੰ ਕਾਰ ਦੇ ਅੰਦਰ ਬਿਠਾ ਕੇ ਇਹਨੂੰ ਪੁੱਛ ਲਓ ਕਿਹੜੀ ਕਾਰ 'ਚ ਬੈਠੀ ਹੈ, ਇੱਧਰ ਉੱਧਰ ਦੇਖਣ ਲੱਗ ਪੈਂਦੀ। ਮੈਂ ਨਾ ਫਟਾਫਟ ਉਹ ਸਾਈਨ ਜਿਹਾ ਪੜ੍ਹਦੀ ਹਾਂ ਟੂ ਸ਼ੋ ਮਾਈ ਇੰਟੈਲੀਜੈਂਸ ਵੀ ਅੱਜ ਵੀ, ਤੇ ਮੈਨੂੰ ਲੱਗਦਾ ਵੀ ਅੱਜ ਤਾਂ ਮੈਂ ਛਾ ਗਈ ਵੀ ਮੈਂ ਦੱਸਦਾ ਵੀ ਅੱਜ ਕਿਹੜੀ ਕਾਰ 'ਚ। ਤੇ ਗੁਣਰਾਜ ਸਾਡੇ ਨਾਲ ਉਹ ਕਾਲ ਤੇ ਹੋਊਗਾ ਨਾ, ਆਡੀਓ ਕਾਲ ਤੇ, ਜਦੋਂ ਮੈਨੂੰ ਕਦੇ ਡ੍ਰੌਪ ਕਰਨ ਅਸੀਂ ਇਕੱਠੇ ਜਾਂ ਟਰੈਵਲ ਕਰਦੇ ਹਾਂ, ਉਹ ਕਾਰ ਦੀ ਆਵਾਜ਼ ਤੋਂ ਹੀ ਬੱਚੇ ਮਤਲਬ ਜਿੱਦਾਂ ਬॉयਜ਼ ਨੂੰ ਹੁੰਦਾ ਵੀ ਅੱਛਾ ਅੱਜ ਇਹ ਕਾਰ 'ਚ ਜਾ ਰਹੇ ਹੋ, ਤੇ ਮੈਂ ਕਹਿੰਦੀ ਹਾਂ। ਜੇ ਉਲਟਾ ਕਹਿ ਦਿਓ ਮੈਂ ਤਾਂ ਵੀ ਹਾਂ ਕਹਿ ਦਿੰਦੀ ਹਾਂ। ਕਹਿੰਦਾ ਮੰਮਾ ਰਹਿਣ ਹੀ ਦਿਓ ਤੁਸੀਂ। ਮੈਂ ਐਕਚੁਅਲੀ ਕਿਸੇ ਹੋਰ ਕਾਰ 'ਚ 2 ਵਾਰੀ ਬੈਠੀ ਹੋਈ ਹਾਂ। ਇੱਕ ਵਾਰੀ ਇੱਦਾਂ ਹੀ ਮਾਰਕੀਟ ਗਈ ਤੇ ਮੇਰੀ ਬੜੀ ਆਦਤ ਹੈ ਕਿ ਮੈਂ ਆਪਣਾ ਕੋਈ ਬੈਗ ਜਾਂ ਚੁੱਕਿਆ ਤੇ ਮੈਂ ਬਹੁਤੀ ਇੱਧਰ ਉੱਧਰ ਨਹੀਂ ਦੇਖਦੀ, ਤੇ ਮੈਨੂੰ ਲੱਗਦਾ ਵੀ ਜਿਹੜੀ ਸਾਹਮਣੇ ਕਾਰ ਸਿਰ ਥੱਲੇ ਕਰਕੇ ਤੁਰਦੀ ਹੈ, ਤੇ ਜਿਹੜੀ ਪਹਿਲਾ ਆਇਆ ਵਾਈਟ ਕਾਰ ਉਹਦਾ ਖੋਲ ਕੇ ਵਿੱਚ ਬੈਠ ਗਈ। ਔਰ ਮੈਨੂੰ ਇਹ ਲੱਗਿਆ ਵੀ ਜਿਹੜੇ ਬਾਕੀ ਦੇ ਬੈਗਸ ਪਏ ਨੇ ਉਹ ਮੇਰੇ ਨਹੀਂ ਹੈ। ਤੇ ਡਰਾਈਵਰ ਜਿਹੜਾ ਬੈਠਾ ਉਹ ਮੈਨੂੰ ਕਹਿੰਦਾ ਹਾਂਜੀ ਮੈਮ। ਮੈਨੂੰ ਸਮਝ ਨਾ ਆਏ ਹੁਣ ਮੈਂ ਨਿਕਲਾਂ ਕਿਵੇਂ ਬਾਹਰ ਵੀ। ਆਈ ਵਾਜ਼ ਸੋ ਐਮਬੈਰਸਡ। ਪਰ ਇਹ 2 ਵਾਰੀ ਹੋ ਚੁੱਕਾ ਮੇਰੇ ਨਾਲ। ਸਰ ਦੇਖੋ, ਤੁਸੀਂ ਚਲਾਕ ਹੋ ਕੇ ਕੀ ਕਰ ਸਕਦੇ ਹੋ ਨਾ, ਅੱਗੋਂ ਬੰਦਾ ਹੀ ਇੰਨਾ ਭੋਲਾ, ਘਰ ਵਾਲੀ ਇੰਨੀ ਭੋਲੀ ਹੈ ਕਿ ਚਲਾਕੀ ਚੱਲ ਹੀ ਨਹੀਂ ਸਕਦੀ। ਚਲਾਕੀ ਚੱਲ ਨਹੀਂ ਸਕਦੀ। ਮੈਮ ਤੁਹਾਨੂੰ ਇਹ ਸ਼ੌਂਕ ਤਾਂ ਹੈ ਨਹੀਂ, ਹੋਣਾ ਨਹੀਂ ਹੈ ਨਾ ਵੀ ਮੈਨੂੰ ਤੋਹਫੇ ਦੇਣ, ਕਿਉਂਕਿ ਉਹ ਬਿਨਾਂ ਮੰਗੀ ਲਿਆਈ ਜਾਂਦੇ ਨੇ ਹੈ ਨਾ। ਪਰ ਕਦੀ ਇਹਨਾਂ ਨੇ ਤੁਹਾਡੇ ਤੋਂ ਡਿਮਾਂਡ ਕੀਤੀ ਕਿ ਮੇਰੇ ਲਈ ਆਹ ਕਰੋ, ਮੇਰੇ ਪੇਰੈਂਟਸ ਲਈ ਇੱਦਾਂ ਕਰੋ, ਜਾਂ ਇਸ ਚੀਜ਼ 'ਚ ਮੇਰੇ ਕਰਕੇ ਐਡਜਸਟ ਕਰੋ? ਬਿਲਕੁਲ ਹੀ ਨਹੀਂ, ਬਿਲਕੁਲ ਨਹੀਂ। ਆਈ ਥਿੰਕ ਮਟੀਰੀਅਲਿਸਟਿਕ ਮਾਈਂਡ ਤਾਂ ਹੈ ਹੀ ਨਹੀਂ ਹੈ, ਬਿਲਕੁਲ ਨਹੀਂ ਹੈ। ਨਾਟ ਈਵਨ ਮੈਂ ਤੁਹਾਨੂੰ ਦੱਸ ਰਹੀ ਹਾਂ ਕਿ ਨਥਿੰਗ। ਜੇ ਮੈਂ ਸੁੱਤੀ ਪਈ ਹਾਂ ਤਾਂ ਮਤਲਬ ਇਹ ਨਹੀਂ ਹੈ ਵੀ ਹਾਂ ਮੈਂ ਆਇਆ ਤੇ ਉੱਠ ਜਾ ਤੂੰ, ਹੌਲੀ ਜਿਹੀ ਦਰਵਾਜ਼ਾ ਬੰਦ ਕਰ ਦੇਣਗੇ। ਆਈ ਮੀਨ ਲਾਈਫ ਹੈਜ਼ ਬੀਨ ਲਾਈਕ ਦੈਟ ਟੂ ਬੀ ਉਹ ਓਨੈਸਟ। ਤਾਂ ਜਦੋਂ ਸਾਡਾ ਨਵਾਂ ਵਿਆਹ ਹੋਇਆ ਨਾ, ਅਸੀਂ ਸਾਨੂੰ ਕੋਈ ਜੋਸ਼ੀ ਕੋਲ ਲੈ ਗਿਆ ਅੰਬਾਲੇ। ਉਦੋਂ ਮੈਂ ਨਵੀਂ ਪ੍ਰੈਕਟਿਸ ਸ਼ੁਰੂ ਕੀਤੀ ਸੀ, ਤੇ ਉਹ ਕਹਿੰਦਾ ਵੀ ਇਹ ਤੇਰੀ ਲਾਈਫ ਦੇ ਵਿੱਚ ਬੈਲੈਂਸਿੰਗ ਫੈਕਟਰ ਹੈ, ਸ਼ੀ ਇਜ਼ ਲੱਕੀ ਵਨ, ਕਿਉਂਕਿ ਤੂੰ ਤਾਂ ਬਹੁਤ ਰੈਸ਼ ਹੈ, ਵੀ ਜੋ ਕੁਝ ਵੀ ਕਰੇਗਾ ਇਹਦੇ ਨਾਮ ਤੇ ਕਰੀ। ਹੁਣ ਸਾਰੀ ਪ੍ਰਾਪਰਟੀ ਸਭ ਕੁਝ ਇਹਦੇ ਨਾਮ ਹੀ ਹੈ। ਪਰ ਮੈਨੂੰ ਪਤਾ ਨਹੀਂ ਹੈ, ਇਹਨੂੰ ਵੀ ਨਹੀਂ ਪਤਾ। ਨਹੀਂ ਦੇਖੋ, ਅੱਜ ਅਸੀਂ ਕੈਮਰੇ ਸਾਹਮਣੇ ਤੁਹਾਨੂੰ ਸੁਣਵਾਤਾ ਵੀ ਤੁਸੀਂ ਕੋਈ ਵੀ ਡਿਸੀਜ਼ਨ ਲੈ ਸਕਦੇ ਹੋ, ਸਭ ਕੁਝ ਤੁਹਾਡੇ ਨਾਲ। ਹਾਂ, ਜੇ ਕਿਤੇ ਇਕੱਲੇ ਇਹਦੇ ਨਾਮ ਤੇ ਨਹੀਂ ਹੋ ਸਕਦੇ ਤੇ ਫਿਰ ਸਾਡੇ ਦੋਨਾਂ ਦੇ ਨਾਮ ਤੇ ਹੋਏਗਾ, ਪਰ ਇਕੱਲੀ ਮੇਰੇ ਨਾਮ ਤੇ ਕੋਈ ਚੀਜ਼ ਨਹੀਂ ਹੈ। ਕਹਿੰਦੇ ਹੁੰਦੇ ਆ ਨਾ ਪੁਰਾਣੇ ਵੈਦ, ਆਪਣਾ ਜਿਹੜਾ ਗੁਣ ਮੰਤਰ ਆ, ਜੋ ਗੁਰ ਸੀ ਉਹਨਾਂ ਕੋਲੇ, ਉਹ ਕਿਸੇ ਨੂੰ ਦੇ ਗਏ ਹੈ ਨਾ। ਤੇ ਤੁਹਾਨੂੰ ਮੇਰੀ ਬੇਨਤੀ ਹੋਈ ਆ ਵੀ ਇਹ ਕਿਸੇ ਨੂੰ ਦੇ ਕੇ ਜਾਇਓ, ਆ ਜਿਹੜਾ ਜ਼ਿੰਦਗੀ ਨੂੰ ਇੰਨੇ ਸੋਹਣੇ ਢੰਗ ਨਾਲ ਜਿਉਣ ਦਾ ਹੁਨਰ ਹੈ ਨਾ, ਤਾਂ ਮਤਲਬ ਇਹ ਸੱਚੀ ਕਿਸੇ ਨੂੰ ਤੁਹਾਨੂੰ ਦੇਣਾ ਚਾਹੀਦਾ। ਆਈ ਥਿੰਕ ਆਪਾਂ ਮੋਸਟ ਆਫ ਦਾ ਕਪਲਸ ਜਾਂ ਮੋਸਟ ਆਫ ਦਾ ਪੀਪਲ ਉਹ ਮੁਸੀਬਤਾਂ ਲੱਭਦੇ ਨੇ, ਲੱਭ ਕੇ ਦੁਖੀ ਹੋਣਾ, ਲੱਭ ਕੇ ਉਦਾਸ ਹੋਣਾ, ਹੈ ਨਾ, ਆਪਾਂ ਕ੍ਰੀਏਟ ਕਰਦੇ ਹਾਂ। ਅਦਰਵਾਈਜ਼ ਲਾਈਫ ਐਕਚੁਅਲੀ ਆਪਾਂ ਅੰਦਰੋਂ ਬਹੁਤ ਸਿੱਧੇ ਅਤੇ ਸਿੰਪਲ ਹੁੰਦੇ ਹਾਂ, ਹੈ ਨਾ। ਜਿਹੜੀ ਵੀ ਆਪਣੀਆਂ ਆਈ ਥਿੰਕ ਕੰਪਲੈਕਸਿਟੀਜ਼ ਨੇ ਆਪਾਂ ਖੁਦ ਕ੍ਰੀਏਟ ਕਰਦੇ ਹਾਂ। ਜੇ ਨਾ ਕਰੀਏ ਤਾਂ ਲਾਈਫ ਆਈ ਥਿੰਕ ਬਹੁਤ ਲਾਈਫ ਇਜ਼ ਵੈਰੀ ਈਜ਼ੀ। ਲਾਈਫ ਬਹੁਤ ਈਜ਼ੀ ਹੈ, ਮਤਲਬ ਆਪਾਂ ਸੋਚ ਕੇ ਕੰਪਲੈਕਸ ਬਣਾਈ ਹੋਈ ਹੈ। ਅਦਰਵਾਈਜ਼ ਲਾਈਫ ਵਰਗੀ ਸਿੱਧੀ ਚੀਜ਼ ਕੋਈ ਹੈ ਹੀ ਨਹੀਂ ਹੈ। ਜਿਵੇਂ ਬੰਦਾ ਕਹਿੰਦਾ ਨਾ ਵੀ ਮੇਰੇ ਮਨ 'ਚ ਬਹੁਤ ਚਿੰਤਾ ਹੈ, ਮੈਂ ਸੋਚਦਾ ਮੈਂ ਸ਼ਿਮਲੇ ਘੁੰਮਿਆ ਵਾਂ। ਕਹਿੰਦਾ ਮਨ ਘਰ ਛੱਡ ਕੇ ਜਾਏਗਾ? ਕਹਿੰਦਾ ਨਹੀਂ, ਮਨ ਤਾਂ ਨਾਲ ਹੀ ਜਾਊਗਾ। ਕਹਿੰਦਾ ਫਿਰ ਚਿੰਤਾ ਵੀ ਸ਼ਿਮਲੇ ਹੀ ਜਾਊਗੀ। ਕਹਿੰਦਾ ਹੁਣ ਚਿੰਤਾ ਖੱਲੇ ਸੀ, ਫਿਰ ਚਿੰਤਾ ਸ਼ਿਮਲੇ ਜਾਊਗੀ। ਮਨਾਲੀ ਵੀ ਜਾ ਸਕਦੀ ਹੈ, ਯੂਰਪ ਵੀ ਜਾਏਗੀ। ਸੋ ਜਦ ਤੱਕ ਕਹਿੰਦੇ ਨਾ ਘਰ ਸੁੱਖ ਵਸਿਆ ਬਾਹਰ ਸੁੱਖ ਪਾਇਆ। ਜੇ ਘਰ ਮਤਲਬ ਜੇ ਤੁਸੀਂ ਅੰਦਰ ਸੁੱਖ ਨਹੀਂ ਹੋ, ਤੁਹਾਨੂੰ ਸੋਨੇ ਦਾ ਮਹਿਲ ਦੇ ਦਿਓ, ਤੁਸੀਂ ਉੱਥੇ ਸੁਖੀ ਨਹੀਂ ਹੋ ਸਕਦੇ। ਕਹੋ ਨਾਨਕ ਇਹ ਮੰਤਰ ਦ੍ਰਿੜਾਇਆ, ਕਹਿੰਦੇ ਇਹ ਬਸ ਇਹੀ ਮੰਤਰ ਹੈ, ਇਹਨੂੰ ਦ੍ਰਿੜ ਕਰ ਲੈ ਵੀ ਜਦ ਤੱਕ ਤੂੰ ਅੰਦਰੋਂ ਸੁਖੀ ਨਹੀਂ ਹੈ, ਦੁਨਿਆਵੀ ਸੁਵਿਧਾ ਤੈਨੂੰ ਕੋਈ ਵੀ ਮਿਲ ਜੇ ਉਹ ਤੈਨੂੰ ਸੁੱਖ ਨਹੀਂ ਦੇ ਸਕਦੀ।
ਮੇਰਾ ਮਤਲਬ ਦਿਲ ਨਹੀਂ ਕਰ ਰਿਹਾ ਬਿਲਕੁਲ ਵੀ ਤੁਸੀਂ ਗੱਲਾਂ ਖਤਮ ਕਰੋ ਹੈ ਨਾ, ਕਿਉਂਕਿ ਮੈਨੂੰ ਲੱਗਦਾ ਮੈਨੂੰ 4 ਘੰਟੇ ਹੋ ਗਏ ਤੁਹਾਨੂੰ ਮਿਲਿਆ ਨੂੰ, ਔਰ ਮੇਰਾ ਇਹੀ ਮਨ ਕਰੇ ਪਹਿਲੀ ਵਾਰ ਮੈਂ ਸੁਣਾ ਹੈ ਨਾ ਕਿਸੇ ਨੂੰ। ਤੇ ਮੇਰਾ ਬਹੁਤ ਦਿਲ ਆ ਵੀ ਮੈਂ ਹਮੇਸ਼ਾ ਜਦੋਂ ਵੀ ਮੈਨੂੰ ਮੌਕਾ ਮਿਲੇ ਤੁਹਾਨੂੰ ਮਿਲਾਂ ਹੈ ਨਾ। ਤੇ ਪ੍ਰਮਾਤਮਾ ਕਰੇ ਇਸ ਤੋਂ ਵੀ ਸੋਹਣਾ ਤੁਸੀਂ ਜਿਉਵੋ, ਕਿਉਂਕਿ ਤੁਸੀਂ ਰੱਬ ਤੇ ਮੇਰੇ ਨਾਲੋਂ ਵੀ ਜ਼ਿਆਦਾ ਭਰੋਸਾ ਕਰਦੇ ਹੋਵੋਗੇ ਹੈ ਨਾ। ਤੇ ਇੱਦਾਂ ਹੀ ਵਾਰ-ਵਾਰ ਸਾਡਾ ਦਿਲ ਕਰੇ ਵੀ ਤੁਹਾਨੂੰ ਸੁਣਦੇ ਰਹੀਏ। ਤੇ ਬਾਕੀ ਮੈਨੂੰ ਲੱਗਦਾ ਅਸੀਂ ਤੁਹਾਨੂੰ ਕੁਛ ਕਹੀਏ, ਬੜੀਆਂ ਛੋਟੀਆਂ ਗੱਲਾਂ ਨੇ, ਤੁਸੀਂ ਵੈਸੇ ਹੀ ਬਹੁਤ ਖੂਬਸੂਰਤ ਹੋ, ਬਹੁਤ ਹੀ ਜ਼ਿਆਦਾ ਖੂਬਸੂਰਤ ਜਾ ਰਹੇ ਹੋ ਤੁਸੀਂ ਨਾ। ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ। ਸੁਣਿਆ ਤੁਸੀਂ ਉਹਨਾਂ ਦੀ ਜ਼ੁਬਾਨੀ ਕਿ ਜ਼ਿੰਦਗੀ 'ਚ ਇੱਕ ਦੂਜੇ ਨਾਲੋਂ ਮੰਗਣ ਨਾਲੋਂ ਜ਼ਿਆਦਾ ਇੱਕ ਦੂਜੇ ਨੂੰ ਦੇਣਾ ਜ਼ਿਆਦਾ ਖੁਸ਼ੀ ਦਿੰਦਾ ਹੈ। ਤੇ ਜਦੋਂ ਜਿਹੋ ਜਿਹਾ ਤੁਸੀਂ ਕਿਸੇ ਨੂੰ ਦਿੰਦੇ ਹੋ ਤਾਂ ਉਹ ਤੁਹਾਡੇ ਤੱਕ ਵਾਪਸ ਜ਼ਰੂਰ ਆਉਂਦਾ। ਇਹੀ ਇਹਨਾਂ ਦੀ ਜ਼ਿੰਦਗੀ ਦੀ ਖੁਸ਼ੀ ਦਾ ਰਾਜ਼ ਹੈ। ਹਮੇਸ਼ਾ ਅਸੀਂ ਇਹੀ ਕਹਿੰਦੇ ਹਾਂ ਕਿ ਕਿਸੇ ਦੀ ਕਹਾਣੀ ਤੁਹਾਡੀ ਜ਼ਿੰਦਗੀ 'ਤੇ ਨਹੀਂ ਲਾਗੂ ਹੋ ਸਕਦੀ, ਪਰ ਕਿਸੇ ਦੀ ਕਹਾਣੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ। ਤੇ ਮੈਨੂੰ ਇਹਨਾਂ ਦੀ ਕਹਾਣੀ ਨੇ ਬੜਾ ਕੁਝ ਸਿਖਾਇਆ ਕਿ ਹਮੇਸ਼ਾ ਸ਼ਿਕਵੇ ਸ਼ਿਕਾਇਤਾਂ ਹੀ ਜ਼ਿੰਦਗੀ ਨਹੀਂ ਹੁੰਦੀ। ਜੋ ਤੁਹਾਡੇ ਕੋਲ ਹੈ ਉਹ ਸਭ ਤੋਂ ਅਨਮੋਲ ਹੈ, ਤੇ ਉਹਨੂੰ ਖੁਸ਼ੀ ਨਾਲ ਮਾਣੋ, ਉਹਨੂੰ ਖੁਸ਼ੀ ਨਾਲ ਜਿਉਵੋ। ਇਹੀ ਤੁਹਾਡੀ ਖੂਬਸੂਰਤ ਜ਼ਿੰਦਗੀ ਹੋਣੀ ਚਾਹੀਦੀ ਆ। ਤੁਸੀਂ ਵੀ ਉਮੀਦ ਆ ਬਹੁਤ ਕੁਝ ਸਿੱਖੋਗੇ। ਅਗਲੀ ਵਾਰ ਫਿਰ ਤੋਂ ਕਿਸੇ ਨਵੀਂ ਸ਼ਖਸੀਅਤ ਨਾਲ ਮਿਲਾਂਗੇ। ਤਦ ਤੱਕ ਲਈ ਸ਼ੁਕਰੀਆ।